विद्या विचारी तां पर उपकारी, तां पर उपकारी। वाहिगुरु जी का खालसा, वाहिगुरु जी की फतेह। सो फर्स्ट ऑफ ऑल आप सब ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ। ਅੱਜ ਮਿਤੀ 23 ਜੂਨ ਦਿਨ ਬੁੱਧਵਾਰ। ਸੋ ਹਰ ਵਾਰ ਦੀ ਤਰ੍ਹਾਂ ਆਪਾਂ ਜਾਪ ਸੇਵਾ ਨਾਲ ਆਰੰਭਤਾ ਕਰਦੇ ਹਾਂ। ਅੱਜ ਦੀ ਜਾਪ ਸੇਵਾ ਲੈ ਰਹੇ ਨੇ ਖੁਸ਼ਪ੍ਰੀਤ ਕੌਰ ਜੀ ਧੂਰੀ ਤੋਂ, EPP ਨੰਬਰ 13462। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਨੈਕਸਟ ਸੇਵਾ ਕਵਿਸ਼ਰੀ ਦੀ। ਅੱਜ ਕਵਿਸ਼ਰੀ ਦੀ ਸੇਵਾ ਹੈ ਜੀ ਰਾਜਵਿੰਦਰ ਕੌਰ ਜੀ 15403 ਮੋਗਾ ਜ਼ੋਨ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਤਵੀ ਤੇ ਬੈਠ ਗਏ, ਮਨ ਸਤਿਗੁਰ ਦਾ ਪਾਣਾ। ਸਬਰ ਸੰਤੋਖ ਤੇ ਸ਼ਾਂਤੀ, ਰੱਬੀ ਨੂਰ ਟਿਕਾਣਾ। ਸਬਰ ਸੰਤੋਖ ਤੇ ਸ਼ਾਂਤੀ, ਰੱਬੀ ਨੂਰ ਟਿਕਾਣਾ। ਗੁਰੂ ਸ਼ਹੀਦੀ ਦੇ ਗਏ, ਰਹੂ ਜਗ ਦੀ ਜੋਤ ਫਕੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ ਤਤੀ ਰੇਕ ਦੇ ਸੇਕ ਨੇ, ਖੂਨ ਉਬਾਲਣ ਲਾ ਦਿੱਤਾ। ਦੇਗਾਂ ਵਿੱਚ ਜੋ ਗਏ ਨੇ ਖਾੜੇ, ਉਹਨਾਂ ਨੇ ਸਬਕ ਸਿਖਾ ਦਿੱਤਾ। ਦੇਗਾਂ ਵਿੱਚ ਜੋ ਗਏ ਨੇ ਖਾੜੇ, ਉਹਨਾਂ ਨੇ ਸਬਕ ਸਿਖਾ ਦਿੱਤਾ। ਤੇਗ ਦੇ ਵਿੱਚੋਂ ਨਿਕਲ ਅੰਗਿਆਰੇ, ਨਾ ਕੋਈ ਲੋੜ ਦਿਲਗੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ ਸ਼ਾਸਤਰ ਅਤੇ ਜਵਾਨੀ ਇਕੱਠੇ ਸੀ, ਕੋੜੇ ਪੈਰ ਰਕਾਬਾਂ ਦੇ। ਨਗਾਰੇ ਤੇ ਸੀ ਚੋਟਾਂ ਵੱਜੀਆਂ, ਸੁੱਕ ਗਏ ਬੁੱਲ ਨਵਾਬਾਂ ਦੇ। ਨਗਾਰੇ ਤੇ ਸੀ ਚੋਟਾਂ ਵੱਜੀਆਂ, ਸੁੱਕ ਗਏ ਬੁੱਲ ਨਵਾਬਾਂ ਦੇ। ਹੁਣ ਨਾ ਖਾਲਸੇ ਈਨ ਮੰਨਣੀ, ਸੁੱਕਣੀ ਧੌਂਸ ਟਟੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ ਹਰ ਮੰਦਰ ਵਿੱਚੋਂ ਧਰਮ ਬੋਲਦਾ, ਰਾਜ ਬੋਲਦਾ ਤਖਤਾਂ ਤੋਂ। ਨਾ ਕੋਈ ਵੈਰੀ ਨਹੀਂ ਬਿਗਾਨਾ, ਕੀ ਚੁੱਕਣਾ ਏ ਵਕਤਾਂ ਤੋਂ। ਨਾ ਕੋਈ ਵੈਰੀ ਨਹੀਂ ਬਿਗਾਨਾ, ਕੀ ਚੁੱਕਣਾ ਏ ਵਕਤਾਂ ਤੋਂ। ਸੰਤ ਸਿਪਾਹੀ ਨਿਸ਼ਾਨ ਗੁਰੂ ਦੇ, ਇਹ ਕੀਤੀ ਗੱਲ ਅਖੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ
ਦੁਨੀਆ ਤੇ ਇੱਕੋ ਤਖਤ ਹੈ ਸਾਂਝਾ, ਉਹੀ ਤਖਤ ਅਕਾਲ ਦਾ। ਸਿੱਖ ਕੌਮ ਨੂੰ ਸ਼ਕਤੀ ਮਿਲਦੀ, ਮਜ਼ਲੂਮਾਂ ਦੇ ਦਰਦ ਸੰਭਾਲਦਾ। ਸਿੱਖ ਕੌਮ ਨੂੰ ਸ਼ਕਤੀ ਮਿਲਦੀ, ਮਜ਼ਲੂਮਾਂ ਦੇ ਦਰਦ ਸੰਭਾਲਦਾ। ਆਈ ਫੌਜੀ ਮੋੜੀ ਪੂਰੀ ਤੁਝ ਕੇ, ਉਹ ਜਹਾਂਗੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਕਦੇ ਪਤੰਗ ਪਰਬਤਾਂ ਕੋਲੋਂ ਨਾ ਮੰਗਦੇ ਨੇ ਰਾਹਾਂ ਨੂੰ। ਬਿਜਲੀਆਂ ਬਣ ਕੇ ਨਿਰਮਲ ਤਪਤੇ, ਪੁੱਛ ਲਓ ਅਗਵਾਹਾਂ ਨੂੰ। ਬਿਜਲੀਆਂ ਬਣ ਕੇ ਨਿਰਮਲ ਤਪਤੇ, ਪੁੱਛ ਲਓ ਅਗਵਾਹਾਂ ਨੂੰ। ਕੇਸਰੀ ਨਿਸ਼ਾਨ ਰਹਿਣ ਸੂਲ ਦੇ, ਗੁੜਤੀ ਮਿਲੀ ਮੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਪਹਿਨ ਕੇ। ਅੰਤ ਵਿੱਚ ਬੁਲਾਓ ਫਤਿਹ, ਆਖੋ ਜੀ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बड़ी ही सुरीली आवाज ਨਾਲ ਆਪ ਜੀ ਨੇ ਕਵਿਸ਼ਰੀ ਦੀ ਸੇਵਾ ਲਈ ਹੈ ਜੀ, ਬਹੁਤ ਵਧੀਆ। ਸੋ ਜੀ ਆਪਾਂ ਅੱਜ ਦੇ ਸੈਸ਼ਨ ਵੱਲ ਭੈਣ ਗਗਨਦੀਪ ਕੌਰ ਜੀ ਦਾ ਟੌਪਿਕ ਹੈ ਜੀ ਸੈਲਫ ਕੌਨਫੀਡੈਂਸ ਐਂਡ ਯੂਜ਼ ਆਫ ਮਾਈਂਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦਾ ਆਪਣਾ ਟੌਪਿਕ ਹੈ ਜੀ ਸੈਲਫ ਕੌਨਫੀਡੈਂਸ ਐਂਡ ਯੂਜ਼ ਆਫ ਮਾਈਂਡ। ਸੈਲਫ ਕੌਨਫੀਡੈਂਸ ਦਾ ਜੀ ਆਲਮੋਸਟ ਸਾਨੂੰ ਸਭ ਨੂੰ ਹੀ ਪਤਾ ਹੈ ਨਾ। ਸੈਲਫ ਕੌਨਫੀਡੈਂਸ ਹੁੰਦਾ ਕਿ ਸਾਨੂੰ ਆਪਣੇ ਆਪ ਤੇ ਕਿੰਨਾ ਕੁ ਵਿਸ਼ਵਾਸ ਹੈ। ਸੋ ਅੱਜ ਦੇ ਵਰਲਡ 'ਚ ਅੱਜ ਦੇ ਟਾਈਮ 'ਚ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਨੀਡ ਹੈ ਸੈਲਫ ਕੌਨਫੀਡੈਂਸ ਦੀ। ਵਾਈ? ਕਿਉਂਕਿ ਆਪਾਂ ਕੁਛ ਵੀ ਆਪਣੇ ਆਪ ਨੂੰ ਕਿਸੇ ਦੇ ਵੀ ਸਾਹਮਣੇ ਪ੍ਰੈਜ਼ੈਂਟ ਕਰਨਾ ਹੈ, ਜੇ ਆਪਾਂ ਕਿਸੇ ਨੂੰ ਕੁਛ ਗਲਤ ਕਰਨ ਤੋਂ ਰੋਕਣਾ ਹੈ, ਕਿਸੇ ਨੂੰ ਸਹੀ ਸਿੱਖਿਆ ਦੇਣੀ ਹੈ, ਜਾਂ ਆਪਾਂ ਕੋਈ ਵੀ ਆਪਣੇ ਵੱਲੋਂ ਕਿਸੇ ਦੇ ਆਪਾਂ ਆਪਣੇ ਆਪ ਨੂੰ ਸਹੀ ਪ੍ਰੈਜ਼ੈਂਟ ਕਰਨਾ, ਤਾਂ ਆਪਾਂ ਨੂੰ ਸੈਲਫ ਕੌਨਫੀਡੈਂਸ ਚਾਹੀਦਾ ਆਪਣੇ 'ਚ। ਤਾਂ ਹੀ ਆਪਾਂ ਕਿਸੇ ਦੂਸਰੇ ਇਨਸਾਨ ਨੂੰ ਜਾਂ ਕਿਸੇ ਦੇ ਵੀ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਹਾਂ। ਸਟੂਡੈਂਟਸ ਦੀ ਕਹਿ ਸਕਦੇ ਹਾਂ ਆਪਾਂ, ਜਾਂ ਬਹੁਤ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੁੰਦਾ, ਬਹੁਤ ਲੈਕ ਆ ਸੈਲਫ ਕੌਨਫੀਡੈਂਸ ਦੀ। ਸੋ ਉਹਨਾਂ ਵਾਸਤੇ ਮੈਂ ਕੁਛ ਕੁ ਵੇ ਦੱਸ ਸਕਦੀ ਹਾਂ ਵੀ ਜਿਨ੍ਹਾਂ ਨਾਲ ਆਪਾਂ ਆਪਣੇ ਸੈਲਫ ਕੌਨਫੀਡੈਂਸ ਨੂੰ ਬੂਸਟ ਕਰ ਸਕਦੇ ਹਾਂ। ਫਸਟ ਥਿੰਗ ਤਾਂ ਇਹ ਹੈ ਕਿ ਫਸਟ ਟਾਈਮ ਤਾਂ ਹਰ ਕੋਈ ਨਰਵਸ ਹੁੰਦਾ ਹੈ ਨਾ। ਜਦੋਂ ਕੋਈ ਵੀ ਕਿਤੇ ਵੀ ਤੁਸੀਂ ਲਾ ਲਓ ਕਿਸੇ ਨੇ ਪ੍ਰੈਜ਼ੈਂਟੇਸ਼ਨ ਦੇਣੀ ਆ, ਕਾਲਜਿਸ ਦੇ ਵਿੱਚ ਸੈਮੀਨਾਰ ਹੁੰਦੇ ਆ, ਜਾਂ ਕਿਤੇ ਵੀ ਆਪਾਂ ਆਪਣੇ ਆਪ ਨੂੰ ਫਸਟ ਟਾਈਮ ਪ੍ਰੈਜ਼ੈਂਟ ਕਰਨਾ, ਹਰ ਕੋਈ ਨਰਵਸ ਹੁੰਦਾ। ਹਰ ਕਿਸੇ ਜਦੋਂ ਫਸਟ ਟਾਈਮ ਤੁਸੀਂ ਇੰਟਰਵਿਊ ਦੋਗੇ, ਇਟਸ ਡੈਫੀਨੇਟ ਕਿ ਚਾਹੇ ਤੁਸੀਂ ਜ਼ਿਆਦਾ ਨਰਵਸ ਨਹੀਂ ਹੈਗੇ ਬਟ ਤੁਸੀਂ ਨਰਵਸ ਹੋਵੋਗੇ। ਬਟ ਟਾਈਮ ਟੂ ਟਾਈਮ ਜਿਵੇਂ ਜਿਵੇਂ ਤੁਸੀਂ ਐਕਸਪੀਰੀਅੰਸ ਲੈਂਦੇ ਜਾਓਗੇ ਹੈ ਨਾ, ਪ੍ਰੈਕਟਿਸ ਕਰਦੇ ਜਾਓਗੇ, ਟਾਈਮ ਟੂ ਟਾਈਮ ਜਿਹੜਾ ਆਪਣਾ ਲੈਵਲ ਆ ਉਹ ਵੱਧਦਾ ਜਾਊਗਾ ਤੇ ਜਿਹੜੀ ਆਪਣੀ ਨਰਵਸਨੈਸ ਆ ਉਹ ਘਟਦੀ ਜਾਊਗੀ। ਐਕਚੁਅਲੀ ਮੇਰਾ ਅੱਜ ਇਹ ਮੇਨ ਮਤਲਬ ਮੇਰਾ ਹੈ ਨਹੀਂ ਸੀਗਾ, ਇਹ ਕੰਸੈਪਟ ਮੈਂ ਲੈਣਾ ਨਹੀਂ ਸੀ, ਬਟ ਜਿੱਦਾਂ ਹੁਣ ਜਸਪ੍ਰੀਤ ਦੀਦੀ ਹੈ ਨਾ, ਜੋ ਵੀ ਸੈਸ਼ਨ ਲੈਂਦਾ ਉਹਨਾਂ ਨੂੰ ਪੁੱਛਦੇ ਆ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ। ਉਹਨਾਂ ਦੇ ਅੰਦਰ ਕੁਝ ਹੁੰਦਾ ਹੈ ਕਿ ਹਾਂ ਮੈਂ ਆਪਣੀ ਆਹ ਗੱਲ ਸ਼ੇਅਰ ਕਰਨੀ ਹੈ, ਜਾਂ ਮੇਰੇ ਕੋਲ ਆਹ ਚੀਜ਼ ਹੈ, ਮੈਂ ਦੂਸਰਿਆਂ ਨੂੰ ਦੱਸਣਾ ਹੈ, ਬਟ ਡਿਊ ਟੂ ਲੈਕ ਆਫ ਸੈਲਫ ਕੌਨਫੀਡੈਂਸ ਦੇ ਕਾਂਟ ਐਕਸਪ੍ਰੈਸ, ਰਾਈਟ? ਸੋ ਉਹਨਾਂ ਵਾਸਤੇ ਵੈਸੇ ਕੋਈ ਇਹ ਵੱਡਾ ਇਸ਼ੂ ਨਹੀਂ ਹੈਗਾ ਕਿ ਸਾਡੇ 'ਚ ਸੈਲਫ ਕੌਨਫੀਡੈਂਸ ਨਹੀਂ, ਹਰ ਇੱਕ 'ਚ ਹੁੰਦਾ ਹੈ, ਬਟ ਆਪਾਂ ਉਹਨੂੰ ਰਿਅਲਾਈਜ਼ ਨਹੀਂ ਕਰਦੇ। ਆਪਣੇ 'ਚ ਸਭ ਕੁਝ ਹੁੰਦਾ, ਆਪਾਂ ਉਹਨੂੰ ਰਿਅਲਾਈਜ਼ ਨਹੀਂ ਕਰਦੇ। ਆਪਾਂ ਨੂੰ ਰਿਅਲਾਈਜ਼ ਕਰਨ ਦੀ ਲੋੜ ਆ, ਸਭ ਕੁਝ ਆਪਣੇ ਅੰਦਰ ਆ। ਸਭ ਤੋਂ ਫਸਟ ਚੀਜ਼ ਆ ਜਿਹੜੀ ਸੈਲਫ ਕੌਨਫੀਡੈਂਸ ਨੂੰ ਲੋ ਕਰਦੀ ਆ, ਫੀਅਰ, ਡਰ। ਜਿਹੜਾ ਆਪਣੇ ਅੰਦਰ ਡਰ ਹੁੰਦਾ, ਹੁਣ ਬਹੁਤ ਸਾਰੇ ਸਟੂਡੈਂਟਸ ਨੂੰ ਡਰ ਹੁੰਦਾ ਕਿ ਉਹਨਾਂ ਤੋਂ ਗਲਤੀ ਹੋ ਜੂ, ਕੁਛ ਗਲਤ ਬੋਲ ਦੇਣਗੇ, ਲੋਕ ਉਹਨਾਂ ਦਾ ਮਜ਼ਾਕ ਉਡਾਉਣਗੇ, ਜਾਂ ਕਿਸੇ ਵੀ ਚੀਜ਼ ਦਾ ਡਰ। ਬਟ ਫੀਅਰ ਇਜ਼ ਨੋਟ ਅ ਫੈਕਟ, ਫੀਅਰ ਇਜ਼ ਨੋਟ ਅ ਰਿਐਲਿਟੀ। ਨਾ ਤਾਂ ਇਹ ਰਿਐਲਿਟੀ ਆ, ਨਾ ਇਹ ਫੈਕਟ ਆ, ਕਿਉਂਕਿ ਫੀਅਰ ਜਸਟ ਆਪਣੀ ਇਮੈਜੀਨੇਸ਼ਨ ਆ। ਆਪਾਂ ਆਪਣੇ ਅੰਦਰ ਪਾਲ ਲੈਂਦੇ ਹਾਂ, ਆਪਾਂ ਪਹਿਲਾਂ ਸੋਚ ਲੈਂਦੇ ਹਾਂ ਕਿ ਜੇ ਮੇਰੇ ਤੋਂ ਗਲਤੀ ਹੋ ਗਈ, ਉੱਥੇ ਜਿਹੜਾ ਜੇ ਆ ਉਹ ਆਪਾਂ ਨੂੰ ਇਹ ਦੱਸਦਾ ਵੀ ਹਜੇ ਇਹ ਚੀਜ਼ ਹੋਈ ਨਹੀਂ, ਇਹਦੀ ਹਜੇ ਸੰਭਾਵਨਾ ਹੈ ਵੀ ਹੋ ਸਕਦਾ, ਬਟ ਇਟਸ ਨੋਟ ਡੈਫੀਨੇਟ ਕਿ ਹੋਊਗਾ ਹੀ ਹੋਊਗਾ। ਸੋ ਜਿਹੜੇ ਸਟੂਡੈਂਟਸ ਪਲੀਜ਼ ਜਿਹੜੇ ਹਨਾ ਆਪਣੇ ਅੰਦਰ ਐ ਸੋਚ ਕੇ ਰੱਖਦੇ ਆ ਵੀ ਮੇਰੇ 'ਚ ਸੈਲਫ ਕੌਨਫੀਡੈਂਸ ਨਹੀਂ, ਮੈਂ ਨਹੀਂ ਪ੍ਰੈਜ਼ੈਂਟ ਕਰ ਸਕਦਾ, ਜਾਂ ਮੈਨੂੰ ਡਰ ਲੱਗੂਗਾ, ਮੇਰੇ ਤੋਂ ਗਲਤੀ ਹੋਊਗੀ, ਹੋ ਜਾਂਦੀਆਂ ਹੁੰਦੀਆਂ। ਆਪਾਂ ਹਿਊਮਨ ਬੀਇੰਗਸ ਆ, ਵੀ ਆਰ ਨਾਟ ਗੋਡ।
ਹਰ ਕੋਈ ਮਿਸਟੇਕਸ ਕਰਦਾ ਹੈ, ਫਸਟ ਟਾਈਮ ਹੁੰਦੀਆਂ, ਸੈਕੰਡ ਟਾਈਮ ਹੁੰਦੀਆਂ। ਸੋ ਤੁਸੀਂ ਸਟਾਰਟ ਕਰੋ ਹਨਾ, ਫਸਟ ਟਾਈਮ ਹੋ ਜਾਣਗੀਆਂ, ਸੈਕੰਡ ਟਾਈਮ ਹੋ ਜਾਣਗੀਆਂ। ਤੁਸੀਂ ਐ ਨਾ ਸੋਚੋ ਕਿ ਗਲਤੀ ਹੋ ਜੂਗੀ, ਤੁਸੀਂ ਐ ਵੀ ਸੋਚੋ ਕਿ ਗਲਤੀ ਨਾਲ ਹੀ ਐਕਸਪੀਰੀਅੰਸ ਆਉਂਦੇ ਆ। ਹੁਣ ਜਿਹੜਾ ਕੋਈ ਐਕਸਪੀਰੀਅੰਸਡ ਪਰਸਨ ਆ, ਉਹਨੇ ਵੀ ਗਲਤੀਆਂ ਤੋਂ ਹੀ ਸਿੱਖਿਆ ਹੁੰਦਾ। ਉਹ ਕੋਈ ਗੋਡ ਗਿਫਟਡ ਨਹੀਂ ਹੁੰਦਾ ਕਿ ਉਹਨੂੰ ਫਸਟ ਟਾਈਮ 'ਚ ਹੀ ਬਸ ਵੀ ਉਹ ਉੱਪਰੋਂ ਹੀ ਲਿਖਾ ਕੇ ਆਇਆ ਤੇ ਬਸ ਉਹ ਪ੍ਰੈਜ਼ੈਂਟ ਕਰ ਸਕਦਾ। ਉਹ 'ਚ ਸਭ ਕੁਝ ਹੈ, ਸਭ ਕੁਝ ਆਪਣੇ 'ਚ ਵੀ ਹੈ, ਬਟ ਆਪਣੇ 'ਚ ਇਹ ਚੀਜ਼ ਹੈ ਕਿ ਆਪਾਂ ਉਹ ਰਿਅਲਾਈਜ਼ ਨਹੀਂ ਕਰ ਰਹੇ। ਹੁਣ ਮੈਂ ਥੋੜੀ ਕੁ ਤੁਹਾਨੂੰ ਵੇ ਦੱਸ ਦਿੰਦੀ ਹਾਂ ਵੀ ਜਿਨ੍ਹਾਂ ਨਾਲ ਤੁਸੀਂ ਉਹ ਕਰ ਸਕਦੇ ਹੋ ਪ੍ਰੈਕਟਿਸ। ਸਾਰਿਆਂ ਨੇ ਆਪਾਂ ਨੇ ਸੁਣਿਆ ਹੀ ਆ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਪਰਫੈਕਟ ਬਣਨਾ, ਐਕਸਪੀਰੀਅੰਸਡ ਹੋਣਾ ਤਾਂ ਪਹਿਲਾਂ ਪ੍ਰੈਕਟਿਸ ਇਜ਼ ਮਸਟ। ਸੋ ਪ੍ਰੈਕਟਿਸ ਤੁਸੀਂ ਕਿਵੇਂ ਕਰ ਸਕਦੇ ਹੋ? ਜਿਵੇਂ ਹੁਣ ਆਪਾਂ ਆਇਲਸ ਦੀਆਂ ਕਲਾਸਿਸ ਲਗਾਉਣੇ ਆ ਹਨਾ, ਉਹਦੇ 'ਚ ਵੀ ਕਹਿੰਦੇ ਆ ਵੀ ਮਿਰਰ ਪ੍ਰੈਕਟਿਸ ਕਰੋ। ਮਿਰਰ ਪ੍ਰੈਕਟਿਸ ਦਾ ਆਪਾਂ ਨੂੰ ਕੀ ਬੈਨੀਫਿਟ ਆ? ਕਿਉਂਕਿ ਮਿਰਰ ਪ੍ਰੈਕਟਿਸ 'ਚ ਆਪਣਾ ਬਣਦਾ ਆਈ ਕੰਟੈਕਟ। ਮੈਂ ਵੀ ਕੀਤੀ ਹੋਈ ਆ ਬਹੁਤ ਵਾਰੀ ਮਿਰਰ, ਇਹਦਾ ਬਹੁਤ ਬੈਨੀਫਿਟ ਆ ਕਿਉਂਕਿ ਆਪਾਂ ਨੂੰ ਐਂ ਲੱਗਦਾ ਕਿ ਜਿਵੇਂ ਆਪਾਂ ਨਾ ਕਿਸੇ ਮਤਲਬ ਲਾਈਕ ਪ੍ਰਿੰਸੀਪਲ ਵੀ ਆਪਾਂ ਕਿਸੇ ਨੂੰ ਸੁਣਾ ਰਹੇ ਹਾਂ, ਆਪਣੇ ਤੋਂ ਬਹੁਤ ਹਾਈ ਲੈਵਲ ਦੇ ਬੰਦੇ ਨੂੰ ਸੁਣਾ ਰਹੇ ਹਾਂ। ਤੁਸੀਂ ਮਿਰਰ ਦੇ ਅੱਗੇ ਖੜ ਕੇ ਦੇਖੋ, ਤੁਹਾਨੂੰ ਆਪਣੇ ਆਪ ਅੰਦਰੋਂ ਨਾ એનર્ਜੀ ਜੀ ਲੱਗੂਗੀ ਵੀ ਹਾਂ ਕੋਈ ਮੈਨੂੰ ਸੁਣ ਰਿਹਾ ਤੇ ਮੈਂ ਸਹੀ ਡਾਇਰੈਕਸ਼ਨ 'ਚ ਜਾ ਰਿਹਾ। ਫਸਟ ਟਾਈਮ ਹੋ ਸਕਦਾ ਵੀ ਤੁਹਾਡਾ ਆਈ ਕੰਟੈਕਟ ਨਾ ਬਣੇ, ਤੁਸੀਂ ਘਬਰਾਓ ਜਾਂ ਹੋ ਸਕਦਾ ਕਈ ਸ਼ਾਈ ਫੀਲ ਕਰਨਾ ਹਨਾ, ਬਟ ਪ੍ਰੈਕਟਿਸ ਕਰੋ। ਤੁਸੀਂ ਮਿਰਰ ਦੇ ਸਾਹਮਣੇ ਖੜ ਕੇ ਬੋਲ ਕੇ ਦੇਖੋ, ਤੁਸੀਂ ਤੁਹਾਨੂੰ ਇੱਕ ਦੋ ਵਾਰੀ ਕੋਈ ਵੀ ਆਪਣੇ ਕੋਲ ਤੁਸੀਂ ਕੰਟੈਂਟ ਲੈ ਲਓ, ਕੋਈ ਵੀ ਟੌਪਿਕ ਲੈ ਲਓ। ਹੁਣ ਜਿਵੇਂ ਸੈਸ਼ਨਸ ਹੁੰਦੇ ਆ, ਜਿਹੜਾ ਤੁਹਾਡੇ ਅੰਦਰ ਤੁਸੀਂ ਚਾਹੁੰਦੇ ਹੋ ਵੀ ਹਾਂ ਮੈਂ ਆਹ ਸੈਸ਼ਨ 'ਚ ਟੌਪਿਕ ਲੈਣਾ, ਤੁਸੀਂ ਉਹ ਲਓ, ਪ੍ਰਿਪੇਅਰ ਕਰੋ, ਮਿਰਰ ਪ੍ਰੈਕਟਿਸ ਕਰੋ, ਵੱਧ ਤੋਂ ਵੱਧ ਉਹਨੂੰ ਬੋਲ ਕੇ ਦੇਖੋ। ਜਿਵੇਂ ਮਿਰਰ ਪ੍ਰੈਕਟਿਸ ਕਰੋਗੇ, ਸੈਲਫ ਕੌਨਫੀਡੈਂਸ ਤੁਹਾਡਾ ਆਪਣੇ ਆਪ ਬੂਸਟ ਹੋਊਗਾ। ਤੇ ਸੈਕੰਡ ਵੇ ਆ ਕਮਿਊਨੀਕੇਟ ਵਿਦ ਯੂਅਰਸੈਲਫ ਐਜ਼ ਮਚ ਐਜ਼ ਯੂ ਕੈਨ। ਆਪਣੇ ਆਪ ਨਾਲ ਕਮਿਊਨੀਕੇਟ ਹੁੰਦਾ ਵੀ ਗੱਲਾਂ ਕਰਨੀਆਂ ਹਨਾ। ਜਦੋਂ ਤੁਹਾਡੇ ਕੋਲ ਕੋਈ ਨਹੀਂ ਅਵੇਲੇਬਲ ਹੁੰਦਾ, ਵੈਸੇ ਤਾਂ ਵਧੀਆ ਜੇ ਤੁਹਾਡੇ ਕੋਲ ਕੋਈ ਅਵੇਲੇਬਲ ਹੈਗਾ, ਤੁਹਾਡਾ ਬ੍ਰਦਰ ਸਿਸਟਰ ਜੋ ਤੁਹਾਨੂੰ ਸੁਣ ਸਕੇ, ਤਾਂ ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਆਪਣੀਆਂ ਗੱਲਾਂ, ਜੋ ਤੁਹਾਡੇ ਥਾਟਸ ਹੁੰਦੇ ਆ, ਜੋ ਤੁਹਾਡੇ ਮਾਈਂਡ ਦੇ ਵਿੱਚ ਕੁਝ ਵੀ ਆਉਂਦਾ। ਬਟ ਸਮ ਟਾਈਮ ਆਪਣੇ ਕੋਲ ਕੋਈ ਨਹੀਂ ਹੁੰਦਾ, ਫੈਮਿਲੀ 'ਚ ਆਪਾਂ ਇਕੱਲੇ ਹੁੰਦੇ ਆ, ਜਾਂ ਕੋਈ ਬਿਜ਼ੀ ਹੁੰਦਾ, ਆਪਣੇ ਕੋਲ ਨਾ ਕੋਈ ਫਰੈਂਡ ਹੁੰਦਾ, ਜਾਂ ਕੁਝ ਵੀ ਨਹੀਂ ਆਪਣੇ ਤੋਂ ਅਫੋਰਡ ਹੁੰਦਾ, ਦੈਨ ਆਪਣੇ ਆਪ ਨਾਲ ਹੀ ਗੱਲਾਂ ਕਰੋ। ਤੁਸੀਂ ਆਪਣੇ ਆਪ ਨੂੰ ਹੀ ਟੀਚਰ ਸਮਝੋ, ਆਪਣੇ ਆਪ ਨੂੰ ਹੀ ਸਟੂਡੈਂਟ ਸਮਝੋ। ਜਿੰਨਾ ਤੁਸੀਂ ਜਦੋਂ ਤੁਸੀਂ ਬੋਲੋਗੇ ਨਾ, ਤੁਹਾਨੂੰ ਐਂ ਹੀ ਨਹੀਂ ਪਤਾ ਲੱਗਣਾ ਵੀ ਇਹ ਚੀਜ਼ ਮੇਰੇ ਅੰਦਰ ਪਈ ਸੀ, ਮੈਨੂੰ ਇਹ ਚੀਜ਼ ਦਾ ਪਤਾ ਸੀ ਵੀ ਮੈਂ ਬੋਲ ਰਿਹਾ ਇੰਨਾ ਸਹੀ ਬੋਲ ਰਿਹਾ, ਇੰਨਾ ਕੌਨਫੀਡੈਂਟਲੀ, ਵੀ ਮੈਂ ਵੀ ਕਰ ਸਕਦਾ ਸੀ। ਸੋ ਟਰਾਈ ਕਰੋ, ਪ੍ਰੈਕਟਿਸ ਕਰੋ ਆਪਣੇ ਆਪ। ਜਿਹੜਾ ਤੁਸੀਂ ਸੈਲਫ ਕੌਨਫੀਡੈਂਸ ਆਪਣੇ ਆਪ ਬੂਸਟ ਹੋਊਗਾ। ਫਸਟ ਥਿੰਗ ਬਸ ਤੁਸੀਂ ਫੀਅਰ ਨੂੰ ਆਪਣੇ ਮਨ 'ਚੋਂ ਕੱਢ ਦੇਣਾ, ਕਿਉਂਕਿ ਫੀਅਰ ਰਿਐਲਿਟੀ ਨਹੀਂ ਹੈ ਤੇ ਇਹ ਸਿਰਫ ਆਪਣੀ ਸੰਭਾਵਨਾ ਹੈ, ਤੇ ਜੇ ਆਪਾਂ ਚਾਹੀਏ ਤਾਂ ਆਪਾਂ ਇਸ ਨੂੰ ਹੋਣ ਤੋਂ ਰੋਕ ਸਕਦੇ ਹਾਂ। ਫੀਅਰ ਦਾ ਕੋਈ ਡੈਫੀਨਿਟ ਨਹੀਂ ਹੁੰਦਾ ਕਿ ਇਹ ਹੋਊਗਾ, ਹੈਪਨ ਹੋਊਗਾ। ਆਪਾਂ ਉਹਨੂੰ ਰੋਕ ਸਕਦੇ ਹਾਂ ਪ੍ਰੈਕਟਿਸ ਕਰਕੇ। ਸੋ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਆ, ਇਹ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ, ਕਿਉਂਕਿ ਕੌਨਫੀਡੈਂਸ ਤੁਹਾਨੂੰ ਬੂਸਟ ਕਰਨਾ ਹੀ ਪੈਣਾ। ਇਹ ਅੱਜ ਤਾਂ ਤੁਹਾਡਾ ਸਰ ਸਕਦਾ, ਕੋਈ ਨਾ ਇੱਥੇ ਸੈਸ਼ਨ ਨਾ ਦੋਗੇ, ਹੋਰ ਬਹੁਤ ਸਟੂਡੈਂਟ ਨੇ ਉਹ ਦੇ ਦੇਣਗੇ। ਬਟ ਜੌਬਸ, ਕੰਪੀਟੀਟਿਵ ਐਗਜ਼ਾਮਸ, ਇੰਟਰਵਿਊਜ਼, ਕੱਲ ਨੂੰ ਤੁਸੀਂ ਜੌਬ ਲੈਣੀ ਆ, ਇੰਟਰਵਿਊ ਤਾਂ ਹਰ ਕੋਈ ਲੈਂਦਾ, ਰਿਟਨ ਟੈਸਟ 'ਚੋਂ ਕਲੀਅਰ ਹੋ ਜਾਓਗੇ, ਕੋਈ ਚੱਕਰ ਨਹੀਂ। ਬਟ ਜਦੋਂ ਤੁਹਾਨੂੰ ਫੇਸ ਟੂ ਫੇਸ ਇੰਟਰਵਿਊ ਦੇਣੇ ਪਊਗੇ, ਉਦੋਂ ਕੀ ਕਰੋਗੇ? ਇੱਥੇ ਤਾਂ ਆਪਾਂ ਜਸਟ ਇੱਕ ਫੋਨ ਦੀ ਸਕਰੀਨ ਦੇ ਸਾਹਮਣੇ ਬੋਲਣਾ, ਆਪਾਂ ਨੂੰ ਪਤਾ ਨਹੀਂ ਆਪਾਂ ਨੂੰ ਕੌਣ ਦੇਖ ਰਿਹਾ, ਕੌਣ ਸੁਣ ਰਿਹਾ ਹਨਾ। ਬਟ ਉੱਥੇ ਤਾਂ ਇੰਟਰਵਿਊਅਰਸ ਹੁੰਦੇ ਆ, ਉੱਥੇ ਕਿਵੇਂ ਫੇਸ ਕਰੋਗੇ? ਸੋ ਇਹ ਓਪਰਚੁਨਿਟੀ ਬਹੁਤ ਜ਼ਿਆਦਾ ਵਧੀਆ, ਪਰਸਨੈਲਿਟੀ ਡਿਵੈਲਪਮੈਂਟ ਕੈਂਪ। ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫ ਕੌਨਫੀਡੈਂਸ ਵੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਸਿਗਨੀਫੀਕੈਂਟ ਰੋਲ ਆ ਜਿਹੜਾ ਅਦਾ ਕਰਦਾ। ਸੋ ਓਪਰਚੁਨਿਟੀ ਸਮਝਿਆ ਕਰੋ ਕਿ ਜਿਹੜੀ ਓਪਰਚੁਨਿਟੀ ਮਿਲਦੀ ਆ, ਮੈਂ ਇਹਦਾ ਮੋਸਟ ਬੈਨੀਫਿਟ ਲੈਣਾ ਹੈ, ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਬੈਨੀਫਿਟ ਲੈਣਾ ਇਹਦਾ। ਸੋ ਇਹ ਤਾਂ ਸੀਗਾ ਜੀ ਆਪਣਾ ਸੈਲਫ ਕੌਨਫੀਡੈਂਸ। ਆਈ ਹੋਪ ਤੁਹਾਨੂੰ ਥੋੜੀ ਬਹੁਤ ਸਮਝ ਆ ਗਈ ਹੋਊਗੀ। ਸੋ ਜੇ ਸੈਲਫ ਕੌਨਫੀਡੈਂਸ ਨਾਲ ਜੇ ਕਿਸੇ ਨੂੰ ਥੋੜਾ ਜਿਹਾ ਵੀ ਐਂ ਜੇ ਲੱਗਦਾ ਹਨਾ ਵੀ ਮੇਰਾ ਆਹ ਪੁਆਇੰਟ ਮਿਸ ਹੋ ਗਿਆ, ਤਾਂ ਤੁਸੀਂ ਦੱਸ ਸਕਦੇ ਹੋ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਡਰ ਲੱਗਦਾ ਹੋਵੇ, ਬੇਇੱਜ਼ਤੀ ਦਾ ਜਾਂ ਕਿਸੇ ਵੀ ਚੀਜ਼ ਦਾ, ਵੀ ਗਲਤੀ ਹੋ ਜੂਗੀ, ਤਾਂ ਦੱਸ ਸਕਦਾ। ਜਿਹੜੇ ਸਟੂਡੈਂਟਸ ਕਹਿੰਦੇ ਆ ਕਿ ਮੈਂ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦਾ, ਜਿਨ੍ਹਾਂ ਦੀ ਕੰਪਲੇਨ ਹੁੰਦੀ ਆ ਕਿ ਸਾਡੇ ਤੋਂ ਨਹੀਂ ਹੋਣਾ, ਉਹ ਤੁਸੀਂ ਚੈਟ ਬਾਕਸ 'ਚ ਦੱਸ ਦਿਓ। ਵਾਹਿਗੁਰੂ। ਭੈਣ ਨੇ ਆਪਾਂ ਨੂੰ ਬਹੁਤ ਵਧੀਆ ਸੈਲਫ ਕੌਨਫੀਡੈਂਸ ਬਾਰੇ ਬਹੁਤ ਵਧੀਆ ਐਕਸਪਲੇਨ ਕੀਤਾ। ਹਾਂਜੀ, ਆਪਾਂ ਬਹੁਤ ਸਾਰੇ ਬੱਚੇ ਡਰਦੇ ਆ ਕਿ ਅਸੀਂ ਬੋਲ ਨਹੀਂ ਸਕਦੇ ਹੈਗੇ। ਈਵਨ ਦੋ ਮੈਂ ਵੀ ਬਹੁਤ ਡਰਦੀ ਸੀ, ਬਟ ਮੈਂ ਆਪਣੇ ਆਪ ਨੂੰ ਚੇਂਜ ਕਰ ਰਹੀ ਹਾਂ। ਓਨਲੀ ਆਪਾਂ ਦੇਖਦੇ ਹਾਂ ਕਿ ਬਹੁਤ ਵਧੀਆ ਕੋਟ ਆ ਵੀ ਹਨਾ, ਮਿਸਟੇਕ ਤੇ ਹਾਰਡ ਵਰਕ ਹੀ ਬੰਦੇ ਨੂੰ ਚੇਂਜ ਕਰ ਸਕਦਾ ਵਾ। ਅਗਰ ਆਪਾਂ ਹਾਰਡ ਵਰਕ ਕਰਾਂਗੇ, ਆਪਾਂ ਨੂੰ ਮਿਸਟੇਕਸ ਆਪਣੀਆਂ ਪਤਾ ਹੋਣਗੀਆਂ,
ਤਾਂ ਹੀ ਆਪਾਂ ਨੈਕਸਟ ਟਾਈਮ ਉਹ ਮਿਸਟੇਕਸ ਨੂੰ ਕਲੀਅਰ ਕਰ ਸਕਾਂਗੇ, ਵੀ ਉਹ ਦੁਬਾਰਾ ਮਿਸਟੇਕ ਨਹੀਂ ਕਰਾਂਗੇ। ਸੋ ਸਾਨੂੰ ਟਰਾਈ ਕਰਨਾ ਚਾਹੀਦਾ ਹੈ, ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਜਿਹੜਾ ਕੰਮ ਆਪਣੇ ਤੋਂ ਨਹੀਂ ਹੁੰਦਾ ਨਾ ਉਹ ਪੱਕਾ ਕਰਨਾ ਚਾਹੀਦਾ। ਜੇ ਤਾਂ ਆਪਾਂ ਨੂੰ ਡਰ ਲੱਗਦਾ ਨਾ, ਆਪਦੇ ਮਨ 'ਚ ਏਦਾਂ ਕਹਿਣਾ ਚਾਹੀਦਾ ਵੀ ਜਿਹਦੇ ਤੋਂ ਮੈਨੂੰ ਡਰ ਲੱਗਦਾ ਉਹ ਕੰਮ ਮੈਂ ਕਰਕੇ ਰਹਿਣਾ ਹੀ ਆ। ਕੱਲ ਜਦੋਂ ਕਲਾਸ ਲੱਗੀ ਸੀ ਨਾ ਤੇ ਸਰਬਜੀਤ ਅੰਕਲ ਜੀ ਇਹ ਸਮਝਾਉਂਦੇ ਵੀ ਜਿਹੜੇ ਕੰਮ ਦਾ ਆਪਣਾ ਡਰ ਲੱਗਦਾ ਨਾ ਉਹ ਕਰਨਾ ਹੀ ਚਾਹੀਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡੈਫੀਨਿਟਲੀ, ਕਿਉਂਕਿ ਡਰ ਆਪਾਂ ਨੂੰ ਡਰ ਉਸ ਚੀਜ਼ ਤੋਂ ਲੱਗਦਾ ਜਿਸ ਨੂੰ ਆਪਾਂ ਕਰ ਨਹੀਂ ਸਕਦੇ। ਆਪਾਂ ਐਂ ਸੋਚਦੇ ਹਾਂ ਵੀ ਮੈਂ ਇਸ ਚੀਜ਼ ਨੂੰ ਕਰ ਨਹੀਂ ਸਕਦਾ। ਡਰ ਇਹ ਕੰਸੈਪਟ ਇਹ ਹੈ ਵੀ ਆਪਾਂ ਉਹ ਸੁਸਤ ਹੁੰਦੇ ਆ, ਉਹ ਐਕਚੁਅਲ 'ਚ ਨਾ ਜੇ ਆਪਾਂ ਵਰਡ ਯੂਜ਼ ਕਰੀਏ ਉਹ ਲੇਜ਼ੀ ਹੁੰਦੇ ਆ, ਜਿਹੜੇ ਪ੍ਰੈਕਟਿਸ ਨਹੀਂ ਕਰਦੇ। ਉਹ ਬਸ ਜਿਹੜੇ ਐਂ ਕਹਿੰਦੇ ਆ ਨਾ ਵੀ ਮੈਂ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦਾ, ਸੈਲਫ ਕੌਨਫੀਡੈਂਸ ਨਹੀਂ, ਉਹ ਪ੍ਰੈਕਟਿਸ ਨਹੀਂ ਕਰਦੇ। ਜੇ ਤੁਸੀਂ ਪ੍ਰੈਕਟਿਸ ਕਰੋਗੇ ਨਾ ਤੁਹਾਨੂੰ ਐਂ ਨਹੀਂ ਪਤਾ ਲੱਗਣਾ ਵੀ ਤੁਸੀਂ ਕਿੱਥੋਂ ਤੱਕ ਚਲੇ ਜਾਓਗੇ। ਕੰਪੀਟੀਸ਼ਨ 'ਚ ਆਓ ਨਾ, ਆਪਣੇ ਆਪ ਨੂੰ ਕੰਪੀਟੀਸ਼ਨ 'ਚ ਲੈ ਕੇ ਆਓ ਵੀ ਜੇ ਉਹ ਕਰ ਰਿਹਾ ਤਾਂ ਡੈਫੀਨਿਟਲੀ ਆਈ ਕੈਨ ਡੂ ਦਿਸ। ਚਲੋ ਜੇ ਤੁਹਾਡਾ ਹੋਰ ਕਿਸੇ ਦਾ ਨਹੀਂ ਕੁਐਸਚਨ ਤਾਂ ਦੈਨ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਫਤਿਹ ਜੀ। ਮੈਮ ਅਸੀਂ ਐਂ ਪੁੱਛਣਾ ਸੀ ਵੀ ਆਪਾਂ ਆਪਣੇ ਮਨ 'ਚੋਂ ਡਰ ਕਿੱਦਾਂ ਕੱਢ ਸਕਦੇ ਹਾਂ? ਹਾਂਜੀ ਇਹ ਦੱਸਿਆ ਨਾ ਮੈਂ ਕਿ ਡਰ ਹੁੰਦਾ ਆਪਣੇ, ਹਨਾ, ਜਿਹੜਾ ਆਪਾਂ ਨੂੰ ਕੰਮ ਕਰਨ ਤੋਂ ਰੋਕਦਾ। ਫਸਟਲੀ ਤੁਸੀਂ ਦੇਖੋ, ਤੁਸੀਂ ਕੋਈ ਵੀ ਮੋਟਿਵ, ਕੋਈ ਵੀ ਏਮ ਤੁਸੀਂ ਪਹਿਲਾਂ ਫਿਕਸ ਕਰ ਲਿਆ। ਲੈਟਸ ਸਪੋਜ਼ ਤੁਸੀਂ ਸੈਸ਼ਨ ਦਾ ਲਾ ਲਓ, ਤੁਸੀਂ ਕੋਈ ਹਨਾ ਐਗਜ਼ਾਮ ਦੇਣਾ ਉਹਦਾ ਲਾ ਲਓ ਜਾਂ ਇੰਟਰਵਿਊ ਦਾ ਲਾ ਲਓ। ਉਹ 'ਚ ਦੋ ਪੋਸੀਬਿਲਿਟੀਜ਼ ਹੁੰਦੀਆਂ ਨੇ, ਦੋ ਹੀ ਚੀਜ਼ਾਂ ਹੋਣਗੀਆਂ। ਫਸਟ ਇਜ਼ ਫੇਲੀਅਰ, ਸੈਕੰਡ ਇਜ਼ ਸਕਸੈਸ। ਪਹਿਲਾਂ ਤਾਂ ਤੁਸੀਂ ਫੇਲ ਹੋ ਸਕਦੇ ਹੋ 50%, ਹਨਾ। 50% ਆਪਣੇ ਕੋਲ ਪੋਸੀਬਿਲਿਟੀ ਹੈ ਵੀ ਆਪਾਂ ਪਾਸ ਹੋ ਸਕਦੇ ਹਾਂ। ਦੋ ਹੀ ਚੀਜ਼ਾਂ ਹੋਣਗੀਆਂ, ਤੀਜੀ ਚੀਜ਼ ਕੋਈ ਨਹੀਂ ਹੋਣੀ। ਇੰਟਰਵਿਊਅਰ ਜਾਂ ਤਾਂ ਤੁਹਾਨੂੰ ਕਹੂਗਾ ਯੂ ਆਰ ਰਿਜੈਕਟਡ, ਜਾਂ ਤੁਹਾਨੂੰ ਕਹੂਗਾ ਵੀ ਤੁਸੀਂ ਜੌਬ ਨੂੰ ਜੁਆਇਨ ਕਰ ਸਕਦੇ ਹੋ। ਜਦੋਂ ਆਪਾਂ ਨੂੰ ਇੰਨਾ ਪਤਾ ਕਿ ਸਾਡੇ ਕੋਲ ਦੋ ਹੀ ਚੀਜ਼ਾਂ ਨੇ, ਜਾਂ ਮੈਂ ਸਕਸੈਸ ਹੋ ਸਕਦਾ ਜਾਂ ਫੇਲੀਅਰ, ਫਿਰ ਆਪਾਂ ਡਰਦੇ ਕਿਉਂ ਆ? ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਸਾਡੀ ਬੇਇੱਜ਼ਤੀ ਹੋ ਜੂ। ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਸਾਡੀ ਬੇਇੱਜ਼ਤੀ ਹੋਣੀ ਆ, ਜਿਹੜਾ ਨਾ ਇੱਕ ਹੁੰਦਾ ਸੁਸਤ, ਇੱਕ ਹੁੰਦਾ ਚੁਸਤ, ਇੱਕ ਹੁੰਦਾ ਪੋਜ਼ਿਟਿਵਿਟੀ ਵਾਲਾ, ਇੱਕ ਹੁੰਦਾ ਨੈਗੇਟਿਵਿਟੀ ਵਾਲਾ। ਪੋਜ਼ਿਟਿਵਿਟੀ ਵਾਲਾ ਜਿਹੜਾ ਪਰਸਨ ਆ ਉਹ ਇਹ ਸੋਚੂਗਾ ਜੇ ਮੈਂ ਅੱਜ ਇੰਟਰਵਿਊ 'ਚ ਰਹਿ ਵੀ ਗਿਆ, ਇੰਟਰਵਿਊ 'ਚ ਕੋਈ ਮੇਰੀ ਮਿਸਟੇਕ ਰਹਿ ਵੀ ਗਈ, ਤਾਂ ਉਹ ਜਿਹੜੀ ਮਿਸਟੇਕ ਆ ਉਹ ਮੈਨੂੰ ਐਕਸਪੀਰੀਅੰਸ ਦਊਗੀ, ਉਹ ਮੈਨੂੰ ਦੱਸੂਗੀ ਕਿ ਮੇਰੇ 'ਚ ਕਮੀ ਕੀ ਆ। ਠੀਕ ਹੈ, ਇਹ ਆਪਾਂ ਮਨ 'ਚੋਂ ਆਪਾਂ ਆਪਣਾ ਡਰ ਏਦਾਂ ਹੀ ਕੱਢ ਸਕਦੇ ਹਾਂ ਕਿ ਅਸੀਂ ਅੱਗੇ ਜਾਣਾ। ਅੱਗੇ ਜਾਣ ਲਈ ਸਾਨੂੰ ਸਾਡੀਆਂ ਕਮੀਆਂ ਕੱਢਣੀਆਂ ਪੈਣੀਆਂ। ਉਹ ਕਮੀਆਂ ਕੀ ਨੇ ਸਾਡੇ 'ਚ, ਉਹ ਸਾਨੂੰ ਉਦੋਂ ਪਤਾ ਲੱਗੂਗਾ ਜਦੋਂ ਅਸੀਂ ਅੱਗੇ ਆਵਾਂਗੇ, ਜਦੋਂ ਅਸੀਂ ਕਿਸੇ ਦੇ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਾਂਗੇ। ਮੈਂ ਲੇਟਰ ਵੀ ਇਹਦੇ 'ਚ PDF ਸ਼ੇਅਰ ਕਰਦੀ ਹਾਂ ਜੀ, ਉਹਦੇ 'ਚ ਵੀ ਫੀਅਰ ਬਾਰੇ ਬਹੁਤ ਕੁਝ ਦੱਸਿਆ ਹੋਇਆ, ਬਾਕੀ ਮੈਂ ਬਾਅਦ 'ਚ ਡਿਸਕਸ ਕਰਾਂਗੀ। ਹਾਂਜੀ ਹੋਰ ਕਿਸੇ ਦਾ ਕੁਐਸਚਨ? ਹਾਂਜੀ ਨੈਕਸਟ ਬਲਜੀਤ ਕੌਰ ਜੀ ਪਟਿਆਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਆਫ ਆਲ ਆਈ ਐਮ ਥੈਂਕਫੁਲ ਟੂ ਸਿਸਟਰ ਕਿ ਉਹਨੇ ਬਹੁਤ ਵਧੀਆ, ਬਹੁਤ ਪਿਆਰੀ ਵਿਚਾਰ ਦਿੱਤੀ ਤੇ ਬਿਲਕੁਲ ਸੱਚ ਕਿਹਾ ਕਿ, ਤੇ ਮੈਂ ਵੀ ਇਹਦੇ ਵਿੱਚ ਥੋੜਾ ਜਿਹਾ ਐਡ ਕਰਨਾ ਚਾਹਾਂਗੀ ਕਿ ਹਰੇਕ ਕੋਈ ਵੀ ਆਪਾਂ ਕੰਮ ਹਨਾ ਕਰਨਾ ਹੈ, ਉਹਦੀ ਸਭ ਤੋਂ ਮੁਸ਼ਕਿਲ ਪਾਰਟ ਕਿਹੜਾ ਹੈ? ਉਹਦੀ ਸਟਾਰਟਿੰਗ। ਕਿ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰ ਲਈਏ ਨਾ, ਬਸ ਬਾਕੀ ਹਨਾ ਕਿ ਤਿਆਰੀ ਹੁੰਦੀ ਰਹੇਗੀ ਬਾਅਦ ਵਿੱਚ। ਸਭ ਤੋਂ ਪਹਿਲਾਂ ਬਸ ਆਪਾਂ ਸਟਾਰਟ ਕਰ ਦਈਏ। ਦੇਖੋ ਜੇ ਆਪਾਂ ਫੇਲੀਅਰ ਵੀ ਆ ਗਿਆ ਨਾ, ਮੈਂ ਏਦਾਂ ਇਨ ਮਾਈ ਓਪੀਨੀਅਨ ਕਿ ਫੇਲੀਅਰ ਇਜ਼ ਦਾ ਪਾਰਟ ਆਫ ਸਕਸੈਸ, ਹਨਾ, ਕਿ ਫੇਲੀਅਰ ਵੀ ਇੱਕ ਸਕਸੈਸ ਦਾ ਪਾਰਟ ਹੈ। ਕਿਉਂਕਿ ਜੇ ਫੇਲੀਅਰ ਆਉਂਦਾ ਹੈ ਨਾ, ਦੇਖੋ ਫੇਲੀਅਰ ਦੀ ਨਾ ਕਿਸੇ ਨੇ ਬਹੁਤ ਸੋਹਣੀ ਇੱਕ ਫੁੱਲ ਫਾਰਮ ਬਣਾਈ ਸੀ, ਫਸਟ ਅਟੈਂਪਟ ਇਨ ਲਰਨਿੰਗ। ਕਿ ਫੇਲੀਅਰ ਹਨਾ ਜੇ ਆਇਆ ਵੀ ਹੈ ਤਾਂ ਇਹਦੇ ਨਾਲ ਆਪਾਂ ਨੂੰ ਫਾਇਦਾ ਹੋਏਗਾ, ਬਿਕੋਜ਼ ਮਿਸਟੇਕਸ ਐਂਡ ਫੇਲੀਅਰਸ ਡਿਵੈਲਪ ਅਸ, ਹਨਾ, ਆਪਾਂ ਨੂੰ ਡਿਵੈਲਪ ਕਰਦੀਆਂ ਨੇ ਤੇ ਆਪਾਂ ਨੂੰ ਐਨਾਲਾਈਜ਼ ਕਰਨ ਦਾ ਮੌਕਾ ਦਿੰਦੀਆਂ ਨੇ ਕਿ ਸਾਡੇ ਵਿੱਚ ਕੀ ਕਮੀ ਹੈ। ਸੋ ਇਸ ਕਰਕੇ ਸਟਾਰਟ ਕਰੀਏ, ਹਨਾ, ਤੇ ਮਿਸਟੇਕਸ ਹੋ ਵੀ ਗਈ ਤਾਂ ਕਦੀ ਵੀ ਹਨਾ ਨੈਗੇਟਿਵ ਨਾ ਸੋਚੀਏ, ਤੇ ਹਮੇਸ਼ਾ ਇੱਕ ਸਰਬਜੀਤ ਅੰਕਲ ਜੀ ਕਹਿੰਦੇ ਹੁੰਦੇ ਨਾ ਕਿ ਲੱਗੇ ਰਹੀਏ, ਲੱਗੇ ਰਹੀਏ, ਲੱਗੇ ਰਹੀਏ, ਬਸ ਹਮੇਸ਼ਾ ਲੱਗੇ ਰਹੀਏ ਤੇ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇਹੀ ਆ ਨਾ ਕਿ ਸਟਾਰਟਿੰਗ ਜਿਹੜਾ ਸਟੈਪ ਹੁੰਦਾ ਉਹ ਬਹੁਤ ਟਫ ਹੁੰਦਾ। ਉਹ ਜਿਹੜਾ ਸਟਾਰਟ ਕਰ ਲੂਗਾ ਉਹ ਫਿਨਿਸ਼ ਤਾਂ ਆਪਣੇ ਆਪ ਹੋ ਜਾਊਗਾ। ਤੁਸੀਂ ਅੱਜ ਕੋਈ ਕੰਮ ਸਟਾਰਟ ਕਰ ਲਓ, ਉਹ ਕਦੇ ਨਾ ਕਦੇ ਤਾਂ ਫਿਨਿਸ਼ ਹੋ ਹੀ ਜਾਣਾ। ਬਟ ਜੇ ਤੁਸੀਂ ਸਟਾਰਟ ਹੀ ਨਹੀਂ ਕਰਦੇ ਤਾਂ ਉਹਦਾ ਤਾਂ ਔਖਾ ਹੈ ਨਾ, ਉਹ ਕਿਵੇਂ ਫਿਨਿਸ਼ ਹੋਊਗਾ ਜਦੋਂ ਸਟਾਰਟਿੰਗ ਹੀ ਨਹੀਂ ਹੋਈ, ਉਹਦੀ ਤਾਂ ਫਿਨਿਸ਼ਿੰਗ ਹੋਣੀ ਨਹੀਂ। ਸੋ ਆਹ ਬੁੱਕ ਹੈ ਜੀ ਮਿਕਲ ਐਂਥਨੀਜ਼ ਦੀ, ਹਾਊ ਟੂ ਬੀ ਹੈਪੀ ਐਂਡ ਹੈਵ ਫਨ ਚੇਂਜਿੰਗ ਦਾ ਵਰਲਡ। This is very, very, very good book.
ਐਕਚੁਅਲੀ ਮੈਂ ਇਹਨੂੰ ਰੀਡ ਕੀਤਾ ਨਾ, ਮਾਈਂਡ ਦਾ ਜਿਹੜਾ ਇੱਕ ਇੱਕ ਆਪਣਾ ਡਾਊਟ ਹੁੰਦਾ ਉਹ ਕਲੀਅਰ ਹੋ ਜਾਂਦਾ। ਜਿਵੇਂ ਹੁਣ ਤੁਸੀਂ ਫੀਅਰ ਦਾ ਪੁੱਛਿਆ ਸੀ, ਜਾਂ ਜਿਨ੍ਹਾਂ ਨੇ ਸੈਲਫ ਕੌਨਫੀਡੈਂਸ ਬੂਸਟ ਕਰਨਾ, ਜਾਂ ਜਿਨ੍ਹਾਂ ਨੂੰ ਹੋਰ ਕੋਈ ਵੀ ਪ੍ਰੋਬਲਮ ਆਉਂਦੀ ਆ ਐਂਗਰ ਦੀ, ਜਿਨ੍ਹਾਂ 'ਚ ਨੈਗੇਟਿਵਿਟੀ ਹੁੰਦੀ ਆ, ਜਿਹਨੂੰ ਪੋਜ਼ਿਟਿਵਿਟੀ ਲੈ ਕੇ ਆਉਣੀ ਆ, ਉਹ ਹੱਸ ਕੇ ਇਹ ਸਾਰੀਆਂ ਕਮੀਆਂ ਨੂੰ ਕਿਵੇਂ ਦੂਰ ਕਰ ਸਕਦੇ ਆ, ਉਹ ਹਰ ਇੱਕ ਚੀਜ਼ ਹੈ ਜਿਹੜੀ ਬੁੱਕ 'ਚ ਐਕਸਪਲੇਨ ਕੀਤੀ ਹੋਈ ਆ। ਇਹ 'ਚ ਹੁਣ ਮੈਂ ਕੁਛ ਕੁ ਥੋੜੇ ਜਿਹੇ ਪੁਆਇੰਟ ਜਿਹੜੇ ਮੈਨੂੰ ਵਧੀਆ ਲੱਗੇ ਸੀਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਇੰਟਰੋਡਕਸ਼ਨ 'ਚ ਤਾਂ ਇਹਨਾਂ ਨੇ ਬਸ ਆਪਣਾ ਦੱਸਿਆ ਹੋਇਆ ਹੈ ਕਿ ਜਿਹੜਾ ਆਪਣਾ ਮਾਈਂਡ ਆ ਉਹਦੇ 'ਚੋਂ ਜਿਹੜਾ ਆਪਣਾ ਮਾਈਂਡ ਆ ਨਾ, ਇਟਸ ਲਾਈਕ ਅ ਟੇਪ 'ਚ ਰਿਕਾਰਡਿੰਗ ਟੇਪ ਹਨਾ, ਆਪਾਂ ਨੂੰ ਸਭ ਨੂੰ ਹੀ ਪਤਾ ਟੇਪ 'ਚ ਹੁਣ ਜਿਹੜਾ ਕੁਝ ਹੋਊਗਾ ਆਪਾਂ ਉਹੀ ਸੁਣਦੇ ਆ। ਆਪਣਾ ਮਾਈਂਡ ਇਜ਼ ਜਸਟ ਲਾਈਕ ਅ ਟੇਪ। ਇਹ ਕੀ ਕਰਦਾ, ਇਟ ਰਿਕਾਰਡਸ ਆਲ ਆਵਰ ਐਕਟੀਵਿਟੀਜ਼ ਦੈਟ ਵੀ ਡੂ ਇਨ ਆਵਰ ਪ੍ਰੈਜ਼ੈਂਟ। ਜਿਹੜਾ ਕੁਝ ਤੁਸੀਂ ਅੱਜ ਕਰੋਗੇ ਇਹਨੇ ਰਿਕਾਰਡ ਕਰ ਲੈਣਾ। ਆਪਣੀ ਹੈਬਿਟ ਕਿਵੇਂ ਬਣਦੀ ਆ, ਆਪਾਂ ਜਿਹੜਾ ਕੁਝ ਵੀ ਕਰਦੇ ਰਹਿੰਦੇ ਆ ਨਾ ਲਾਈਫ 'ਚ, ਹੁਣ ਆਪਣਾ ਬਿਹੇਵੀਅਰ ਬਣ ਜਾਂਦਾ। ਕੋਈ ਕਹਿੰਦਾ ਬਸ ਮੇਰੇ ਬਸ 'ਚ ਨਹੀਂ, ਮੈਨੂੰ ਤਾਂ ਗੁੱਸਾ ਆ ਜਾਂਦਾ, ਮੇਰੇ ਬਸ 'ਚ ਨਹੀਂ, ਮੇਰੇ ਤੋਂ ਕੰਮ ਹੁੰਦਾ ਨਹੀਂ, ਮੈਂ ਜ਼ਿਆਦਾ ਦੇਰ ਪੜ੍ਹ ਨਹੀਂ ਸਕਦਾ, ਮੇਰੇ ਬਸ 'ਚ ਨਹੀਂ, ਮੇਰੀ ਹੈਬਿਟ ਆ। ਹੈਬਿਟ ਬਣੀ ਕਿਵੇਂ ਆ, ਕਿਉਂਕਿ ਆਪਾਂ ਜਦੋਂ ਇੱਕ ਵਾਰ ਆਪਾਂ ਕੋਈ ਚੀਜ਼ ਆਪਾਂ ਨੂੰ ਈਜ਼ੀ ਲੱਗਦੀ ਹੈ ਨਾ, ਹੁਣ ਪੜ੍ਹਨਾ ਔਖਾ, ਮੂਵੀ ਦੇਖਣੀ ਸੌਖੀ ਆ, ਡੈਫੀਨਿਟਲੀ ਵੀ ਵਿਲ ਚੂਜ਼ ਟੂ ਵਾਚ ਅ ਮੂਵੀ। ਆਪਾਂ ਮੂਵੀ ਦੇਖਣੀ ਪਸੰਦ ਕਰਾਂਗੇ ਹਨਾ। ਤੇ ਜਿਹੜੀ ਆਪਣੀ ਟੇਪ ਆ, ਜਦੋਂ ਉਹਨੇ ਇੱਕ ਵਾਰ ਦੇਖ ਲਿਆ ਵੀ ਆਹ ਕੰਮ ਈਜ਼ੀ ਆ, ਆਪਾਂ ਇਹਨੂੰ ਬਾਰ-ਬਾਰ ਕਰਦੇ ਆ, ਜਿਹੜੀ ਆਪਣੀ ਟੇਪ ਆ ਨਾ ਇਹ ਰਿਕਾਰਡ ਕਰ ਲੂਗੀ ਵੀ ਅੱਜ ਵੀ ਮੂਵੀ ਦੇਖੀ ਸੀ, ਕੱਲ ਵੀ ਦੇਖੀ ਸੀ, ਸਟੱਡੀ ਨੂੰ ਛੱਡ ਕੇ। ਸਟੱਡੀ ਆਪਣੇ ਲਈ ਉਦੋਂ ਬਣ ਗਈ ਟਫ, ਮੂਵੀ ਆਪਣੇ ਲਈ ਬਣ ਗਈ ਈਜ਼ੀ। ਤੇ ਜਿਹੜੀ ਆਪਣੀ ਟੇਪ ਆ ਇਹ ਈਜ਼ੀ ਚੀਜ਼ ਲੈਂਦੀ ਆ ਆਪਾਂ, ਕਿਉਂਕਿ ਇਹ ਆਪਣੇ ਤੇ ਡਿਪੈਂਡ ਆ। ਆਪਣੀ ਟੇਪ ਤਾਂ ਉਹੀ ਰਿਕਾਰਡ ਕਰੂਗੀ ਜੋ ਕੁਝ ਆਪਾਂ ਕਰ ਰਹੇ ਆ। ਆਪਾਂ ਕਰ ਰਹੇ ਆ ਸੌਖਾ ਕੰਮ, ਟਫ ਨੂੰ ਆਪਾਂ ਰੱਖਤਾ ਸਾਈਡ ਤੇ, ਪੜ੍ਹਨਾ ਤਾਂ ਔਖਾ ਹੈ, ਮੂਵੀ ਵੇਖਣੀ ਸੌਖੀ ਆ। ਸੋ ਤੁਸੀਂ ਪਹਿਲਾਂ ਆਪਣੀ ਟੇਪ ਨੂੰ ਆਪ ਫੀਡਬੈਕ ਦਿੰਦੇ ਹੋ, ਤੁਸੀਂ ਮੈਸੇजेस ਆਪ ਦਿੰਦੇ ਹੋ ਆਪਣੀ ਟੇਪ ਨੂੰ, ਉਹੀ ਚੀਜ਼ ਰਿਕਾਰਡ ਹੁੰਦੀ ਆ ਤੁਹਾਡੀ ਟੇਪ ਤੇ। ਹੁਣ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸਦੀ ਹਾਂ ਕਿਉਂਕਿ ਆਪਾਂ ਪਰਸਨੈਲਿਟੀ ਡਿਵੈਲਪ ਕਰਨੀ ਆ, ਆਪਣੀਆਂ ਵੀਕਨੈਸਸ ਨੂੰ ਆਪਣੀ ਸਟਰੈਂਥ ਬਣਾਉਣੀ ਆ। ਤਾਂ ਮੈਂ ਦੱਸ ਰਹੀ ਹਾਂ ਕਿ ਆਪਣਾ ਬਹੁਤ ਜ਼ਿਆਦਾ ਗੁੱਡ ਬੁੱਕ ਹੈ, ਪਲੀਜ਼ ਤੁਸੀਂ ਸਾਰੇ ਪੜ੍ਹ ਕੇ ਦੇਖਿਓ ਇਹਨੂੰ, ਬਹੁਤ ਜ਼ਿਆਦਾ ਤੁਹਾਡੇ 'ਚ ਚੇਂਜ ਆਊਗਾ। ਸੋ ਆਪਣਾ ਜਿਹੜੀ ਆਪਣੀ ਬੋਡੀ ਆ ਨਾ, ਇਟਸ ਲਾਈਕ ਅ ਹਾਰਡਵੇਅਰ, ਤੇ ਜਿਹੜਾ ਆਪਣਾ ਮਾਈਂਡ ਆ ਇਟਸ ਲਾਈਕ ਅ ਸੌਫਟਵੇਅਰ। ਹਾਰਡਵੇਅਰ ਤੇ ਸੌਫਟਵੇਅਰ ਦਾ ਕਨਸੈਪਟ ਸਭ ਨੂੰ ਪਤਾ ਹੈ ਜੀ, ਪਲੀਜ਼ ਦੱਸ ਦਿਓ ਇੱਕ ਵਾਰ। ਓਕੇ, ਹਾਂਜੀ। ਹੁਣ ਤੁਸੀਂ ਇਹ ਦੇਖੋ, ਹਾਰਡਵੇਅਰ ਵਰਕ ਕਰ ਸਕਦਾ ਵਿਦਆਊਟ ਇੰਸਟਾਲਿੰਗ ਸੌਫਟਵੇਅਰ। ਤੁਹਾਡਾ ਫੋਨ ਆ, ਇਹ 'ਚ ਕੋਈ ਸੌਫਟਵੇਅਰ ਨਹੀਂਗਾ, ਕੁਛ ਨਹੀਂ ਤੁਸੀਂ ਇਹ 'ਚ ਇੰਸਟਾਲ ਕੀਤਾ, ਇਹ ਕੰਮ ਕਰੂਗਾ? ਨਹੀਂ ਕਰਨਾ। ਸੈਕਿੰਡ ਆ ਤੁਹਾਡਾ ਸੌਫਟਵੇਅਰ ਦਾ ਤਾਂ ਪਤਾ ਹੀ, ਆਪਾਂ ਕੋਈ ਵੀ ਸੌਫਟਵੇਅਰ ਡਿਵੈਲਪ ਹੁੰਦਾ ਉਹਦੇ ਨਾਲ ਦਾ ਪੈਰੀਫਿਰਲ ਡਿਵਾਈਸ ਵੀ ਡਿਵੈਲਪ ਹੁੰਦੀ ਆ। ਹੁਣ ਤੁਸੀਂ ਪ੍ਰਿੰਟਿੰਗ ਦੀ ਆਪਸ਼ਨ ਆ, ਪ੍ਰਿੰਟਰ ਹੈਗੇ ਆ, ਸਕੈਨਿੰਗ ਦੀ ਆਪਸ਼ਨ ਆ, ਸਕੈਨਰ ਹੈਗੇ ਆ ਹਨਾ। ਆਪਾਂ ਨੂੰ ਹਾਰਡਵੇਅਰ ਯੂਜ਼ ਕਰਨ ਲਈ ਸੌਫਟਵੇਅਰ ਚਾਹੀਦਾ, ਸੌਫਟਵੇਅਰ ਯੂਜ਼ ਕਰਨ ਲਈ ਹਾਰਡਵੇਅਰ ਚਾਹੀਦਾ। ਹੁਣ ਤੁਸੀਂ ਜੇ ਕੋਈ ਕੰਮ ਕਰਦੇ ਹੋ ਤਾਂ ਪਹਿਲਾਂ ਸਾਡੇ ਮਾਈਂਡ 'ਚ ਆਉਂਦਾ ਥਾਟ ਹਨਾ, ਵੀ ਮੈਂ ਆਹ ਚੀਜ਼ ਕਰਾਂ, ਆਪਾਂ ਸੋਚਦੇ ਹਾਂ ਵੀ ਆਹ ਚੀਜ਼ ਕਰੀਏ ਤਾਂ ਆਪਾਂ ਉਹ ਚੀਜ਼ ਕਰਦੇ ਹਾਂ। ਇਹ ਚੀਜ਼ ਮੈਂ ਤਾਂ ਡਿਸਕਸ ਕਰ ਰਹੀ ਹਾਂ ਕਿਉਂਕਿ ਮੋਸਟ ਆਫ ਅਸ ਇਹ ਸੋਚਦੇ ਆ ਕਿ ਜੇ ਅੱਜ ਆਹ ਕੰਡੀਸ਼ਨ ਆ, ਜਾਂ ਮੈਂ ਅੱਜ ਹੈਪੀ ਨਹੀਂ, ਸੈਡ ਨਹੀਂ, ਜਾਂ ਮੇਰੇ ਤੋਂ ਅੱਜ ਹੋ ਨਹੀਂ ਰਿਹਾ, ਆਈ ਐਮ ਨਾਟ ਰਿਸਪੋਂਸਿਬਲ ਫॉर ਦਿਸ, ਬਟ 100% ਯੂ ਆਰ ਰਿਸਪੋਂਸਿਬਲ ਵਿਦ ਦਿਸ। ਤੁਸੀਂ ਹੀ ਆਪ ਜ਼ਿੰਮੇਵਾਰ ਹੋ ਇਸ ਚੀਜ਼ ਲਈ। ਇਸ ਲਈ ਜਿਹੜਾ ਆਪਣਾ ਸੌਫਟਵੇਅਰ ਆ ਤੇ ਹਾਰਡਵੇਅਰ ਆ ਇਹ ਆਪਣੇ ਹੱਥ ਨੇ। ਸੌਫਟਵੇਅਰ, ਹੁਣ ਬਿਹੇਵੀਅਰ ਦੀ ਗੱਲ ਕਰੀਏ, ਅਲੱਗ-ਅਲੱਗ ਬਿਹੇਵੀਅਰ ਕਿਵੇਂ ਹੁੰਦੇ ਆ, ਸੌਫਟਵੇਅਰ ਹੁੰਦੇ ਆ ਅਲੱਗ-ਅਲੱਗ ਹੁੰਦੇ ਆ, ਸਭ ਦੀ ਪ੍ਰੋਗਰਾਮਿੰਗ ਅਲੱਗ-ਅਲੱਗ ਹੁੰਦੀ ਆ ਹਨਾ। ਜਿਵੇਂ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੁੰਦੀ ਆ ਉਵੇਂ ਉਹ ਫੰਕਸ਼ਨ ਕਰਦੇ ਆ, ਸੇਮ ਐਜ਼ ਇਟ ਇਜ਼ ਆਪਣਾ ਮਾਈਂਡ ਆ। ਮਾਈਂਡ ਦੀ ਪ੍ਰੋਗਰਾਮਿੰਗ ਆਪਾਂ ਕਰਨੀ ਆ। ਹੇਅਰ ਵੀ ਆਰ ਪ੍ਰੋਗਰਾਮਰ, ਵੀ ਆਰ ਡਿਵੈਲਪਿੰਗ ਆਵਰ ਮਾਈਂਡ। ਤੁਸੀਂ ਕਿੱਦਾਂ ਦੀ ਮਰਜ਼ੀ ਇਹਦੇ ਵਿੱਚ ਫੀਡਬੈਕ ਦੇਈ ਜਾਓ, ਇਹਨੇ ਪ੍ਰੋਗਰਾਮ ਕਰੀ ਜਾਣਾ, ਉਸੇ ਤਰ੍ਹਾਂ ਤੁਹਾਨੂੰ ਰਿਸਪੌਂਸ ਕਰੀ ਜਾਣਾ, ਉਵੇਂ ਤੁਹਾਡੀਆਂ ਹੈਬਿਟਸ ਬਣੀ ਜਾਣੀਆਂ ਨੇ। ਸੋ ਮਾਈਂਡ ਨੂੰ ਤੁਸੀਂ ਇਹ ਬਸ ਤੁਸੀਂ ਜੋ ਚੀਜ਼ ਕਰਨੀ ਹੈ ਇਹ ਸੋਚੋ ਕਿ ਤੁਹਾਡੇ ਮਾਈਂਡ ਤੇ ਇਹਦਾ ਇਫੈਕਟ ਹੋਊਗਾ। When you go to sleep, your brain is busy processing all the thoughts and action that went on your tape during the day. ਹਾਂ, ਆਪਣੇ ਨਾ 5 ਚੀਜ਼ਾਂ ਆਪਣੇ, ਇਹ ਤਾਂ ਸਭ ਨੂੰ ਹੀ ਪਤਾ ਹੁੰਦਾ ਵੀ ਹੁਣ ਆਪਣਾ ਥਾਟ ਕਿਵੇਂ ਬਣਦਾ, ਆਪਾਂ ਰਿਸਪੌਂਸ ਕਿਵੇਂ ਕਰਦੇ ਹਾਂ। 5 ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਇਫੈਕਟ ਕਰਦੀਆਂ ਨੇ। ਪਹਿਲਾ ਤਾਂ ਆਪਾਂ ਦੇਖ ਕੇ, ਦੂਸਰਾ ਆਪਾਂ ਸੁਣ ਕੇ, ਤੀਸਰਾ ਆਪਾਂ ਟੱਚ ਕਰਕੇ, ਇੱਕ ਟੇਸਟ ਕਰਕੇ। ਇਹ ਚੀਜ਼ਾਂ ਨੇ ਜਿਹੜੀਆਂ ਆਪਣੇ ਇਹਨਾਂ ਕਰਕੇ ਆਪਾਂ ਨੂੰ ਫੀਲ ਹੁੰਦਾ, ਇਹਦੇ ਕਰਕੇ ਥਾਟ ਬਣਦਾ, ਆਪਣਾ ਨਰਵਸ ਸਿਸਟਮ ਨਾ ਰਿਸਪੌਂਸ ਕਰਦਾ। ਮੈਂ ਜ਼ਿਆਦਾ ਡੀਪਲੀ ਨਹੀਂ ਜਾਂਦੀ, ਤੁਸੀਂ ਆਪ ਪੜ੍ਹ ਲਿਓ ਇਸ 'ਚ। ਮੈਂ ਜਸਟ ਇਹ ਕਹਿ ਰਹੀ ਹਾਂ ਵੀ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰੋ। ਚੰਗਾ ਦੇਖੋਗੇ ਚੰਗਾ ਸੋਚੋਗੇ, ਚੰਗਾ ਸੁਣੋਗੇ ਚੰਗਾ ਸੋਚੋਗੇ, ਚੰਗਾ ਪੜ੍ਹੋਗੇ ਚੰਗਾ ਸੋਚੋਗੇ। ਇਟਸ ਟੋਟਲੀ ਡਿਪੈਂਡ ਅਪਨ ਯੂ।
ਤੁਸੀਂ ਚੰਗਾ ਬਣਨਾ ਇਟਸ ਡਿਪੈਂਡ ਅਪਨ ਯੂ, ਜੇ ਤੁਸੀਂ ਮਾੜਾ ਬਣਨਾ ਇਟਸ ਆਲਸੋ ਡਿਪੈਂਡ ਅਪਨ ਯੂ। ਸੋ ਅੱਜ ਤੋਂ ਬਾਅਦ ਪਲੀਜ਼ ਕਿਸੇ ਨੂੰ ਬਲੇਮ ਨਾ ਕਰਿਓ ਕਿ ਤੁਹਾਡੀ ਲਾਈਫ 'ਚ ਜੇ ਕੁਝ ਹੋ ਰਿਹਾ ਸਮਵਨ ਐਲਸ ਇਜ਼ ਰਿਸਪੋਂਸਿਬਲ ਫॉर ਇਟ। ਕੋਈ ਰਿਸਪੋਂਸਿਬਲ ਨਹੀਂ ਹੁੰਦਾ, ਤੁਸੀਂ ਆਪਣੀ ਰਿਸਪੋਂਸਿਬਿਲਿਟੀ ਆਪ ਲੈ ਕੇ ਚੱਲੋ ਕਿ ਹਾਂ ਇਫ ਇਟਸ ਹੈਪਨਿੰਗ ਟੂ ਮੀ ਆਈ ਐਮ 100% ਰਿਸਪੋਂਸਿਬਲ ਫॉर ਇਟ। ਤੁਸੀਂ ਰਿਸਪੋਂਸਿਬਲ ਹੋ, ਬਸ ਤੁਸੀਂ ਐਂ ਕਹਿਣਾ ਕਿ ਜੇ ਕਿਤੇ 1% ਵੀ ਆਪਣੀ ਮਿਸਟੇਕ ਆ ਨਾ, ਕਿਸੇ ਹੋਰ ਦੇ ਕਿਸੇ ਵੀ ਕੰਮ 'ਚ ਆਪਣੀ 1% ਵੀ ਮਿਸਟੇਕ ਰਹਿ ਗਈ, ਦੈਨ ਉੱਥੇ ਹੀ ਤੁਸੀਂ ਐਕਸੈਪਟ ਕਰ ਲੈਣਾ ਕਿ ਹਾਂ ਇਟਸ ਮਾਈ ਮਿਸਟੇਕ, ਆਈ ਵਿਲ ਟਰਾਈ ਟੂ ਇੰਪਰੂਵ ਇਟ, ਹਨਾ। 1% ਮਿਸਟੇਕ ਵੀ ਤੁਸੀਂ ਕਿਸੇ ਹੋਰ ਤੇ ਨਹੀਂ ਬਲੇਮ ਕਰਨਾ ਵੀ 99 ਤੇਰੀ ਸੀ, ਮੇਰੀ ਤਾਂ ਸਿਰਫ 1% ਸੀ। ਉੱਥੇ ਵੀ ਤੁਸੀਂ ਐਂ ਕਹਿਣਾ ਵੀ ਮੈਂ ਇੰਪਰੂਵ ਕਰਨਾ ਹੈ। ਜਦੋਂ ਤੁਹਾਡੇ 'ਚ ਇਹ ਫੀਲਿੰਗ ਆ ਗਈ ਨਾ ਵੀ ਇੰਪਰੂਵ ਕਰਨਾ, ਕਿਉਂਕਿ ਆਪਣੀ ਲਾਈਫ ਆ ਇਟਸ ਲਰਨਿੰਗ ਜਰਨੀ, ਆਪਾਂ ਸਿੱਖਦੇ ਜਾਣਾ ਸਿੱਖਦੇ ਜਾਣਾ, ਸਿੱਖ ਦਾ ਫਰਜ਼ ਹੀ ਸਿੱਖਣਾ ਹੈ, ਆਪਾਂ ਸਿੱਖਦੇ ਹੀ ਜਾਣਾ ਥਰੂ ਆਊਟ ਅਵਰ ਲਾਈਫ। ਸੋ ਆਹ ਕੁਛ ਕੁ ਕੀ ਪੁਆਇੰਟਸ ਸੀਗੇ ਇਹਦੇ ਵਿੱਚ। ਇਹ ਬ੍ਰੇਨ ਕੈਮਿਸਟਰੀ 'ਚ ਉਹਨਾਂ ਨੇ ਦੱਸਿਆ ਹੋਇਆ ਸਾਰਾ ਕੁਛ ਵੀ ਆਪਾਂ ਕਿਵੇਂ ਸੋਚਦੇ ਹਾਂ, ਕਿਹੜੀਆਂ ਚੀਜ਼ਾਂ ਆਪਾਂ ਨੂੰ ਇਫੈਕਟ ਕਰਦੀਆਂ ਨੇ, ਆਪਾਂ ਕਿਵੇਂ ਕਿਵੇਂ ਆਪਾਂ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰ ਸਕਦੇ ਹਾਂ। ਹੁਣ ਸੈਲਫ ਅਵੇਅਰਨੈਸ ਐਂਡ ਦਾ ਡੇਲੀ ਅਫਰਮੇਸ਼ਨ, ਆ ਡੇਲੀ ਅਫਰਮੇਸ਼ਨ ਆ ਇਹ ਬਹੁਤ ਵਧੀਆ ਚੀਜ਼ ਹੈ। ਇਹਨਾਂ 'ਚ ਇਹਨਾਂ ਨੇ ਐਂ ਦੱਸਿਆ ਹੋਇਆ ਹੈਗਾ, ਆ ਸੀ ਡੇਲੀ ਅਫਰਮੇਸ਼ਨ, ਆਈ ਐਮ ਆਲਵੇਜ਼ ਟਰੂਥਫੁਲ, ਪੋਜ਼ਿਟਿਵ ਐਂਡ ਹੈਲਪਿੰਗ ਅਦਰਸ। ਇਸ 'ਚ ਜਿਹੜਾ ਰਾਈਟਰ ਆ ਨਾ ਉਹ ਇੰਨਾ ਕੁ ਜ਼ਿਆਦਾ ਪੋਜ਼ਿਟਿਵ ਆ, ਮਤਲਬ ਉਹਨੇ ਵੀ ਐਕਸਪੀਰੀਅੰਸ ਆਪਦੀ ਲਾਈਫ ਤੋਂ ਹੀ ਲਿਆ, ਹਨਾ। ਜਿਹੜੀਆਂ ਮਿਸਟੇਕਸ ਉਹਨੇ ਕੀਤੀਆਂ, ਮਤਲਬ ਉਹਨੇ ਫੀਲ ਕੀਤਾ ਵੀ ਹਾਂ ਮੇਰੇ 'ਚ ਆਹ ਕਮੀਆਂ ਨੇ, ਕਿਵੇਂ ਮੈਂ ਦੂਰ ਕਰਾਂ। ਸੋ ਉਹਨੇ ਆਪਦੀ ਥਰੂ ਆਊਟ ਲਾਈਫ ਇਹ ਬੁੱਕ ਲਿਖੀ ਆ, ਬਹੁਤ ਜ਼ਿਆਦਾ ਵਧੀਆ ਹੈ। ਜਿਹੜੀ ਡੇਲੀ ਅਫਰਮੇਸ਼ਨ ਹੈ ਨਾ, ਤੁਸੀਂ ਇਹਨੂੰ ਪੜ੍ਹੋ। ਕਹਿੰਦੇ ਆਈ ਐਮ ਆਲਵੇਜ਼ ਟਰੂਥਫੁਲ, ਵਿਸ਼ਵਾਸਯੋਗ ਆ ਹਮੇਸ਼ਾ। ਟਰੂਥਫੁਲ ਹੁਣ ਆਪਣੇ 'ਚੋਂ ਬਹੁਤ ਸਾਰੇ ਆਪਾਂ ਜਿਹੜੇ ਸਟੂਡੈਂਟ ਆ, ਆਪਾਂ ਨਾ ਕਈ ਵਾਰ ਆਪਣੇ ਆਪ ਨਾਲ ਹੀ ਧੋਖਾ ਕਰ ਜਾਂਦੇ ਹੁੰਦੇ ਆ, ਆਪਾਂ ਪੋਜ਼ਿਟਿਵ ਦੀ ਥਾਂ ਤੇ ਨੈਗੇਟਿਵ ਵੀ ਹੋ ਜਾਂਦੇ ਆ। ਐਂਡ ਹੈਲਪਿੰਗ ਅਦਰਸ, ਉਹ ਤਾਂ ਅੱਜ ਕੱਲ੍ਹ ਦੇ ਟਾਈਮ 'ਚ ਕੋਈ ਕਰਦਾ, ਜਦੋਂ ਕਿ ਇਟਸ ਅਵਰ ਡਿਊਟੀ, ਸਿੱਖ ਦੀ ਡਿਊਟੀ ਆ ਹੈਲਪਿੰਗ ਅਦਰਸ, ਆਪਾਂ ਦੂਸਰਿਆਂ ਦੀ ਹੈਲਪ ਕਰਨੀ ਆ। ਇਹ ਡੇਲੀ ਅਫਰਮੇਸ਼ਨ ਨੂੰ ਆਪਣਾ ਪਾਰਟ ਆਫ ਲਾਈਫ ਬਣਾਓ, ਡੇਲੀ ਪੜ੍ਹੋ, ਕਿਉਂਕਿ ਜਿਹੜੀ ਚੀਜ਼ ਪੜ੍ਹੋਗੇ ਨਾ ਉਹ ਮਾਈਂਡ 'ਚ ਚੱਲੂਗੀ। ਫਿਰ ਤੁਸੀਂ ਸੋਚੋਗੇ ਵੀ ਮੈਂ ਟਰੂਥਫੁਲ ਹੈਗਾ, ਮੈਂ ਪੋਜ਼ਿਟਿਵ ਹੈਗਾ, ਮੈਂ ਹੈਲਪ ਕਰ ਰਿਹਾ ਲੋਕਾਂ ਦੀ। ਉਹ ਚੀਜ਼ ਜਦੋਂ ਤੁਸੀਂ ਸੋਚੋਗੇ ਤਾਂ ਉਵੇਂ ਹੀ ਕਰੋਗੇ, ਚਾਹੇ ਅੱਜ ਤੁਸੀਂ ਨਹੀਂ ਕਰ ਰਹੇ, ਹੌਲੀ ਹੌਲੀ ਇਹ ਤੁਹਾਡੇ ਮਾਈਂਡ 'ਚ ਜਦੋਂ ਪ੍ਰੋਸੈਸ ਹੋਈ ਗਿਆ, ਤੁਸੀਂ ਸੋਚੋਗੇ ਵੀ ਹਾਂ ਮੈਂ ਕਰ ਸਕਦਾ, ਕਿਵੇਂ ਕਰ ਸਕਦਾ। ਸੋ ਚੰਗੀਆਂ ਚੀਜ਼ਾਂ ਪੜ੍ਹੋਗੇ ਤਾਂ ਚੰਗੇ ਹੀ ਬਣੋਗੇ, ਜੇ ਮਾੜੀਆਂ ਪੜ੍ਹੋਗੇ ਤਾਂ ਮਾੜੇ ਬਣੋਗੇ। ਆਹ ਕੁਐਸਚਨ ਦੇਖੋ, ਪੁੱਛ ਕੇ ਦੇਖੋ ਆਪਦੇ ਆਪ ਨੂੰ, ਐਮ ਆਈ ਆਲਵੇਜ਼ ਟਰੂਥਫੁਲ 100% ਆਫ ਦਾ ਟਾਈਮ, ਐਮ ਆਈ ਆਲਵੇਜ਼ ਪੋਜ਼ਿਟਿਵ, ਹਾਊ ਮਚ ਆਫ ਮਾਈ ਟਾਈਮ ਐਂਡ ਐਨਰਜੀ ਡੂ ਆਈ ਸਪੈਂਡ ਹੈਲਪਿੰਗ ਅਦਰਸ। ਕਿੰਨਾ ਅੱਜ ਦੇ ਟਾਈਮ 'ਚ ਆਪਾਂ ਕਿੰਨੀ ਕੁ ਦੂਸਰਿਆਂ ਦੀ ਹੈਲਪ ਕਰਦੇ ਹਾਂ। ਬਹੁਤ ਵਧੀਆ ਬੁੱਕ ਹੈ, ਇਸ 'ਚ ਬਹੁਤ ਐਕਸਪੈਰੀਮੈਂਟ ਦੱਸੇ ਹੋਏ ਨੇ। ਇਸ ਦੇ ਵਿੱਚ ਇੱਕ ਇਸ 'ਚ ਦੱਸਿਆ ਹੋਇਆ ਕਾਜ਼ ਐਂਡ ਇਫੈਕਟ, ਆਹ ਬਹੁਤ ਵਧੀਆ ਚੈਪਟਰ ਆ, ਕਾਜ਼ ਐਂਡ ਇਫੈਕਟ। ਆਪਾਂ ਪੜ੍ਹਦੇ ਹੁੰਦੇ ਸੀ ਮੈਗਨੈਟਿਕ ਫੀਲਡ ਬਣਦਾ, ਉਹ ਚੀਜ਼ਾਂ ਅਟਰੈਕਟ ਹੁੰਦੀਆਂ ਨੇ, ਹਨਾ। ਜਿਹੜੇ ਆਪਣੇ ਹੁੰਦੇ ਸੀ ਪੋਲਸ, ਜਿਹੜੇ ਸੇਮ ਪੋਲਸ ਹੁੰਦੇ ਆ ਉਹ ਰਿਪੈਲ ਕਰਦੇ ਆ, ਤੇ ਜਿਹੜੇ ਉਹ ਹੁੰਦੇ ਆ ਆਪੋਜ਼ਿਟ, ਉਹ ਆਪਣੇ ਆਪ ਨੂੰ ਅਟਰੈਕਟ ਕਰਦੇ ਆ। ਇਹ 'ਚ ਕਾਜ਼ ਉਹਨਾਂ ਨੇ ਦੱਸਿਆ ਹੋਇਆ ਥਾਟ ਨੂੰ, ਇਫੈਕਟ ਦੱਸਿਆ ਹੋਇਆ ਇਹਨਾਂ ਨੇ ਬੋਡੀ ਨੂੰ। ਹੁਣ ਇਫੈਕਟ, ਕਾਜ਼ ਹੁੰਦਾ ਕਾਰਨ, ਇਫੈਕਟ ਹੁੰਦਾ ਪ੍ਰਭਾਵ। ਵੀ ਆਪਾਂ ਜਿਹੇ ਜਿਹਾ ਸੋਚਾਂਗੇ, ਜਿਹੇ ਜਿਹੇ ਆਪਣੇ ਥਾਟ ਨੇ, ਜਿਹੇ ਜਿਹੀ ਆਪਣੀ ਥਿੰਕਿੰਗ ਆ, ਇਫੈਕਟ ਕੰਮ ਆਪਾਂ ਉਹੋ ਜਿਹਾ ਹੀ ਕਰਾਂਗੇ। ਤੁਸੀਂ ਸੋਚ ਲਓ ਮੈਂ ਪੜ੍ਹਨਾ, ਬਟ ਕੋਈ ਤੁਹਾਨੂੰ, ਤੁਸੀਂ ਪੂਰੇ ਡੈਫੀਨੇਟ ਹੋ ਵੀ ਬਸ ਪੜ੍ਹਨਾ, ਤੁਸੀਂ ਮਨ 'ਚ ਠਾਣ ਲਿਆ ਨਾ, ਕੋਈ ਤੁਹਾਡੇ ਕੋਲ ਆ ਜਾਵੇ ਵੀ ਆ ਜਾ ਮੂਵੀ ਦੇਖਦੇ ਆ, ਮੂਵੀ ਬਹੁਤ ਸੋਹਣੀ ਆਏ, ਤੁਸੀਂ ਜਦੋਂ ਤੁਹਾਨੂੰ ਮਾਈਂਡ 'ਚ ਇਹ ਆ ਨਾ ਵੀ ਨਹੀਂ ਮੈਂ ਪੜ੍ਹ ਕੇ ਨਾ ਮੈਂ ਆਹ ਐਗਜ਼ਾਮ ਕਲੀਅਰ ਕਰਨਾ ਹੈ, ਮੈਂ ਦੇਖਣਾ ਹੈ ਵੀ ਇਹ ਕੀ ਸਿਲੇਬਸ ਆ, ਸਿਲੇਬਸ ਦੇ ਵਿੱਚ ਕੀ ਕੁਛ ਆ, ਕੀ ਕੁਛ ਮੈਂ ਪੜ੍ਹ ਕੇ ਮੈਂ ਆਪਣੇ ਅੰਦਰ ਲੈ ਸਕਦਾ, ਕੀ ਕੁਆਲਿਟੀਜ਼ ਲੈ ਸਕਦਾ। ਉਹ ਜਿਹੜਾ ਪਰਸਨ ਆਊਗਾ ਤੁਸੀਂ ਉਹਨੂੰ ਰਿਫਿਊਜ਼ ਕਰੋਗੇ ਵੀ ਨਹੀਂ ਮੈਂ ਅੱਜ ਫ੍ਰੀ ਨਹੀਂ ਹੈਗਾ, ਮੈਂ ਸਟੱਡੀ ਕਰ ਰਿਹਾ, ਮੈਂ ਪੜ੍ਹਨਾ, ਵੀ ਤੂੰ ਚੱਲ ਜਾ, ਹਨਾ, ਤੂੰ ਮੂਵੀ ਦੇਖ ਲਾ। ਕਿਉਂਕਿ ਤੁਹਾਡੇ ਥਾਟਸ ਸੀ, ਤੁਹਾਡੀ ਥਿੰਕਿੰਗ ਸੀ, ਇਹ ਤੁਸੀਂ ਸੋਚ ਲਿਆ ਸੀ, ਤੁਸੀਂ ਪਹਿਲਾਂ ਹੀ ਕੀ ਕਰ ਲਿਆ ਸੀਗਾ, ਆਪਣੇ ਆਪ ਨੂੰ ਕਹਿ ਲਿਆ ਸੀ ਵੀ ਮੈਂ ਅੱਜ ਪੜ੍ਹ ਕੇ ਰਿਜ਼ਲਟ ਤੇ ਪਹੁੰਚਣਾ, ਵੀ ਮੈਂ ਕੀ ਕੁਛ ਲੈ ਲਿਆ। ਹੁਣ ਸੈਕਿੰਡ ਇਹ ਆ ਵੀ ਤੁਹਾਡੇ ਮਾਈਂਡ 'ਚ ਬਸ ਮਜਬੂਰੀ ਜਿਹੀ ਸੀ ਆਪਾਂ ਵੀ ਪਾਸ ਹੋਣ ਜੋਗੇ ਨੰਬਰ ਜੇ ਲੈ ਲਈਏ ਪੇਪਰ 'ਚੋਂ, ਉਦੋਂ ਨਹੀਂ ਫਿਰ ਤੁਸੀਂ ਉਹ ਕਰ ਸਕਣਾ, ਠੀਕ ਹੈ। ਉਦੋਂ ਤਾਂ ਫਿਰ ਤੁਸੀਂ ਐਂ ਕਹੋਗੇ ਵੀ ਚੱਲ ਆ ਜਾ, ਪੜ੍ਹ ਤਾਂ ਫਿਰ ਲਵਾਂਗੇ, ਮੂਵੀ ਦੇਖ ਲੈਂਦੇ ਹਾਂ। ਸੋ A to Z, ਇਹ ਆਪਾਂ Z ਆਪਣਾ ਮੋਟਿਵ ਆ, Z ਤੱਕ ਆਪਾਂ ਪਹੁੰਚਣਾ। ਉਦੋਂ ਆਪਣਾ ਕੀ ਹੋਊਗਾ, Z ਤੇ ਪਹੁੰਚਣ ਤੱਕ ਨਾ ਤੁਹਾਡੀ ਨਾ ਡਿਜ਼ਾਇਰ ਮੈਟਰ ਕਰਦੀ ਆ, ਵੀ ਤੁਸੀਂ ਕਿੰਨਾ ਕੁ ਤੁਹਾਡੇ 'ਚ ਕੌਨਫੀਡੈਂਸ ਆ, ਕਿੰਨੀ ਕੁ ਤੁਹਾਡੇ 'ਚ ਭੁੱਖ ਆ ਵੀ ਹਾਂ ਮੈਂ ਪਹੁੰਚਣਾ। ਇੱਕ ਤਾਂ ਆਪਾਂ ਦੂਸਰਿਆਂ ਨੂੰ ਕਹਿ ਦਿੰਦੇ ਹਾਂ, ਹਨਾ, ਇੱਥੇ ਮੰਨ ਲਓ ਮੈਂ ਤੁਹਾਨੂੰ ਸੈਸ਼ਨ ਦੇ ਕੇ ਚੱਲ ਗਈ ਵੀ ਮੇਰੇ ਅੰਦਰ ਹਾਂ ਵੀ ਐ ਮੋਟਿਵ ਤੇ ਪਹੁੰਚੋ,
ਇਹ ਨਹੀਂ ਹੈਗਾ ਵੀ ਆਪਾਂ ਦੂਸਰਿਆਂ ਨੂੰ ਤਾਂ ਕਹੀ ਜਾਂਦੇ ਆ, ਉਹ ਚੀਜ਼ ਪਹਿਲਾਂ ਆਪਣੇ ਆਪ ਚ ਲੈ ਕੇ ਆਓ ਵੀ ਹਾਂ ਮੈਂ ਮੋਟਿਵ ਤੇ ਪਹੁੰਚੀ ਆ, ਪਹਿਲਾਂ ਮੈਂ ਆਹ ਚੀਜ਼ ਕੀਤੀ ਹੈ ਜਿਹੜੀ ਮੈਂ ਦੂਸਰਿਆਂ ਨੂੰ ਕਰ ਰਹੀ ਹਾਂ। ਇਟਸ ਦਾ ਬੈਸਟ ਵੇ ਟੂ ਟੀਚ ਯੂਅਰਸੈਲਫ। ਆਪਣੇ ਆਪ ਨੂੰ ਇੰਪਰੂਵ ਕਰਨ ਦਾ ਤੇ ਆਪਣੇ ਆਪ ਨੂੰ ਡਿਵੈਲਪ ਕਰਨ ਦਾ ਇਹ ਬੈਸਟ ਵੇ ਆ। ਤੁਸੀਂ ਆਪਣੇ ਆਪ ਨੂੰ ਉਦਾਂ ਸਮਝਾਓ ਜਿਵੇਂ ਤੁਸੀਂ ਦੂਸਰਿਆਂ ਨੂੰ ਸਮਝਾਉਣੇ ਹੋ। ਸੋ ਇਹ ਸੀਗਾ ਕਾਜ਼ ਤੇ ਇਫੈਕਟ ਦਾ। ਮਾਈਂਡ, ਸਪਿਰਿਟ, ਬੋਡੀ, ਇਹ ਤਿੰਨ ਚੀਜ਼ਾਂ ਨੇਗੀਆਂ ਜਿਹੜੀਆਂ ਜਿੰਨਾ ਕਰਕੇ ਆਪਾਂ ਫਿਜ਼ੀਕਲੀ ਕੰਮ ਕਰਦੇ ਹਾਂ। ਡਸ ਯੂਅਰ ਸਪਿਰਿਟ ਹੈਵ ਫਿਜ਼ੀਕਲ ਫਾਰਮ? ਸਪਿਰਿਟ ਹੁੰਦੀ ਆ ਆਪਣੀ ਅੰਦਰਲੀ ਆਤਮਾ, ਵੀ ਉਹਦੀ ਫਿਜ਼ੀਕਲ ਫਾਰਮ ਹੈਗੀ ਆ ਕਿ ਨਹੀਂ। ਇਹ ਸਾਰਾ ਕੁਝ ਇਸ ਚ ਐਕਸਪਲੇਨ ਕੀਤਾ ਹੋਇਆ। ਮੈਂ ਹੁਣ ਫੀਅਰਸ ਤੇ ਜਾਣੀ ਆ। ਜਿਹੜਾ ਤੁਹਾਡਾ ਕੁਐਸਚਨ ਸੀਗਾ, ਆ ਦੇਖੋ, ਡਿਜ਼ਾਇਰ ਆਪਣੀ 10+ ਚਾਹੀਦੀ ਆ। ਜੇ 10+ ਡਿਜ਼ਾਇਰ ਹੋਊਗੀ ਤਾਂ ਹੀ ਤੁਸੀਂ ਆਪਣੇ ਮੋਟਿਵ ਵੱਲ ਜਾਓਗੇ। ਪੂਰਾ ਮਤਲਬ ਵੀ ਪੂਰਾ ਆਪਣੇ ਮੋਟਿਵ ਨੂੰ ਸਮਰਪਣ ਹੋ ਜਾਓ ਵੀ ਬਸ ਪਹੁੰਚਣਾ ਹੈ। ਤੇ ਉਹ ਵੀ ਐ ਨਹੀਂ ਵੀ ਜੇ ਤੁਸੀਂ ਸਕਸੈਸ ਪਾਉਣਾ ਚਾਹੁੰਦੇ ਹੋ ਹਨਾ, ਦੂਸਰਿਆਂ ਨੂੰ ਹਰਟ ਕਰੀ ਜਾਓ ਜਾਂ ਮਿਸਯੂਜ਼ ਕਰੋ ਕਿਸੇ ਚੀਜ਼ ਦਾ, ਐਵੇਂ ਨਹੀਂ, ਸਹੀ ਤਰੀਕੇ ਨਾਲ। ਠੀਕ ਹੈ, ਚਲੋ ਇਹ ਹੋ ਗਿਆ ਆਪਣਾ ਗੋਲਸ, ਆਊਟਕਮ ਵਰਸਸ ਪ੍ਰੋਸੈਸ। ਹੁਣ ਦੇਖੋ, ਬਹੁਤ ਸਾਰੇ ਏਮ ਵੀ ਆਪਾਂ ਮੋਟਿਵ ਆਪਾਂ ਫਿਕਸ ਕਰ ਲੈਂਦੇ ਹੁੰਦੇ ਆ, ਬਟ ਕੀ ਕਮੀ ਕਿੱਥੇ ਆ ਜਾਂਦੀ ਹੁੰਦੀ ਆ ਆਪਣੀ, ਕਿ ਆਪਾਂ ਕੀ ਕਰਦੇ ਆ, ਸਟਾਰਟਿੰਗ 'ਚ ਆਪਾਂ ਬਹੁਤ ਐਨਰਜੈਟਿਕ ਹੁੰਦੇ ਹਾਂ ਹੁਣ ਕਰ ਲੂੰਗਾ, ਬਟ ਵਿੱਚ ਵਿਚਾਲੇ ਜਾ ਕੇ ਕੀ ਹੋ ਜਾਂਦਾ ਨਾ, ਉੱਥੇ ਆਪਣੀ એનર્ਜੀ ਕੀ ਹੋ ਜਾਂਦੀ ਆ, ਡਾਊਨ। ਹੁਣ ਅੱਜ ਕਈ ਬੱਚੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਹਾਂ ਕੱਲ ਨੂੰ ਸੈਸ਼ਨ ਮੈਂ ਲੈਣਾ, ਬਟ ਕੀ ਹੋਊਗਾ, ਆਹ ਲੈਕਚਰ ਸੁਣਨ ਤੋਂ ਬਾਅਦ ਨਹੀਂ ਯਾਰ ਨਹੀਂ ਮੈਥੋਂ ਨਹੀਂ ਪ੍ਰੈਜ਼ੈਂਟ ਹੋਣਾ। ਪਲੀਜ਼ ਤੁਸੀਂ ਨਾ ਸੋਚਿਆ ਕਰੋ, ਜਿਹੜਾ ਆਪਣੇ ਚ ਨੋ ਆ ਜਾਂਦੀ ਹੈ ਨਾ, ਨੈਗੇਟਿਵਿਟੀ, ਜਿਹੜਾ ਆਪਣੇ ਆਪ ਤੇ ਆਪਾਂ ਕੁਐਸਚਨ ਪੁੱਟ ਕਰਨ ਲੱਗ ਜਾਂਦੇ ਨੈਗੇਟਿਵਿਟੀ ਵਾਲਾ, ਇਹ ਚੀਜ਼ ਵਿਗਾੜਦੀ ਆ। ਇਹ ਚੀਜ਼ ਆਪਾਂ ਕੱਢਣੀ ਆ। ਇਹ ਅੱਜ ਵੀ ਚੀਜ਼ ਵਿਗਾੜੂਗੀ, ਕੱਲ ਨੂੰ ਇੰਟਰਵਿਊ ਤੇ ਜਾਓਗੇ ਉੱਥੇ ਵੀ ਵਿਗਾੜੂਗੀ। ਇਹ ਨੈਗੇਟਿਵਿਟੀ ਇਟਸ ਅਵਰ ਐਨੀਮੀ, ਦੁਸ਼ਮਣ ਹੈ ਇਹ ਆਪਣੀ। ਇਹਨੂੰ ਕੱਢ ਦੋ, ਸਾਈਡ ਤੇ ਰੱਖ ਦੋ, ਇਹ ਤੋਂ ਉੱਪਰ ਉੱਠ ਜਾਓ। ਕੁਛ ਨਹੀਂ ਹੁੰਦਾ, ਦੇਖੀ ਜਾਓ, ਜਿਹੜੀ ਮਿਸਟੇਕ ਹੋਊਗੀ ਦੇਖੀ ਜਾਓ। ਇਹੀ ਚੀਜ਼ ਆ। ਬਹੁਤ ਸਾਰਿਆਂ ਦਾ ਕੁਐਸਚਨ ਹੋਊਗਾ ਵੀ ਹਾਂ ਅਸੀਂ ਸਟਾਰਟ ਤਾਂ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਆ, ਅਸੀਂ ਸਟਾਰਟ ਤਾਂ ਕਰ ਲੈਂਦੇ ਹਾਂ ਕੋਈ ਵੀ ਐਕਟੀਵਿਟੀ, ਬਟ ਮਿਡ ਜਿਹੇ 'ਚ ਜਾ ਕੇ, ਮੀਡੀਅਮ ਜਿਹੇ 'ਚ ਜਾ ਕੇ ਸਾਡਾ ਫਿਰ ਜਿਹੜਾ ਉਹ ਹੋ ਜਾਂਦਾ, એનર્ਜੀ ਲੈਵਲ ਡਾਊਨ ਹੋ ਜਾਂਦਾ। ਉੱਥੇ ਕਿਤੇ ਨਾ ਕਿਤੇ ਤੁਹਾਡੇ ਮਾਈਂਡ 'ਚ ਡਰ ਆ ਜਾਂਦਾ ਵੀ ਜੇ ਨਾ ਹੋਇਆ, ਜੇ ਰਿਜ਼ਲਟ ਨਾ ਵਧੀਆ ਹੋਇਆ, ਇਹ ਚੀਜ਼ ਤੁਹਾਡੀ ਪਰਫਾਰਮੈਂਸ ਤੇ ਅਸਰ ਪਾਉਂਦੀ ਹੈ। ਇਹੀ ਇਹਨਾਂ ਨੇ ਦੱਸਿਆ ਗਿਆ, ਆਊਟਕਮ ਵਰਸਸ ਪ੍ਰੋਸੈਸ, ਵੀ ਪ੍ਰੋਸੈਸ ਤੇ ਆਊਟਕਮ ਦੇ ਕੀ ਇਫੈਕਟ ਨੇ, ਪ੍ਰੋਸੈਸ ਕਿੱਦਾਂ ਆਊਟਕਮ ਜਿਹੜੀ ਪੋਜ਼ਿਟਿਵ ਆਊਗੀ, ਟੋਟਲੀ ਡਿਪੈਂਡ ਅਪਨ ਯੂਅਰ ਪ੍ਰੋਸੈਸ। ਆ ਵੀ ਬਹੁਤ ਵਧੀਆ, ਇੰਪਰੂਵ ਯੂਅਰ ਬ੍ਰੇਨਸ ਕੈਮਿਸਟਰੀ। ਹੁਣ ਇਹ 'ਚ ਤੁਸੀਂ ਐ ਆ ਵੀ ਹੁਣ ਤੁਸੀਂ ਸੋਚੋਗੇ ਵੀ ਹਾਂ ਮੇਰਾ ਮਾਈਂਡ ਤਾਂ ਐਂ ਕਹਿੰਦਾ, ਮੈਨੂੰ ਜਦੋਂ ਮੈਂ ਬੁੱਕ ਪੜ੍ਹਨ ਲੱਗਦਾ ਇਹ ਕਹਿੰਦਾ ਨਹੀਂ ਵੀ ਤੂੰ ਪੜ੍ਹ, ਤਾਂ ਆਪਾਂ ਆਪਣੇ ਮਾਈਂਡ ਨੂੰ ਚੇਂਜ ਕਿਵੇਂ ਕਰ ਸਕਦੇ ਹਾਂ? ਉਹ ਸਾਰੇ ਇਹਨਾਂ ਨੇ ਦੱਸੇ ਹੋਇਆ ਥਾਟਸ। ਪਹਿਲਾਂ ਆਪਣੇ ਵਿਚਾਰ ਬਦਲੋ, ਹਨਾ। ਫੀਅਰ, ਇਟਸ ਮਾਈ ਫੇਵਰੇਟ ਪੁਆਇੰਟ, ਡਰ। ਫੀਅਰ ਡਿਫੀਟਸ ਮੋਰ ਪੀਪਲ ਦੈਨ ਐਨੀ ਅਦਰ ਵਨ ਥਿੰਗ ਇਨ ਦਾ ਵਰਲਡ। ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਹਰਾਊਗੀ ਉਹ ਡਰ ਆ। ਹੁਣ ਤੁਸੀਂ ਦੇਖ ਲਓ ਵੀ ਤੁਸੀਂ ਆਪਦੀ ਜ਼ਿੰਦਗੀ 'ਚ ਹਾਰਨਾ ਹੈ ਕਿ ਜਿੱਤਣਾ ਹੈ, ਇਟਸ ਟੋਟਲੀ ਡਿਪੈਂਡ ਅਪੋਨ ਯੂਅਰ ਥਿੰਕਿੰਗ। ਜੇ ਤਾਂ ਡਰ ਕੱਢ ਦੋਗੇ ਤਾਂ ਰਾਹ ਸਾਫ਼ ਆ, ਜੇ ਡਰ ਨਹੀਂ ਕੱਢਦੇ ਫਿਰ ਇਟਸ ਇਹ, ਕਿਉਂਕਿ ਇਹ ਡਰ ਹੀ ਆਪਣੇ ਡਿਸਾਈਡ ਕਰਦੇ ਆ। ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਨ ਤੋਂ ਡਰੀ ਜਾਓਗੇ ਤਾਂ ਅਸੀਂ ਵੱਡੀਆਂ ਚੀਜ਼ਾਂ ਕਿਵੇਂ ਕਰ ਲਾਂਗੇ? ਠੀਕ ਹੈ, ਇੱਥੇ ਹੁਣ ਤੁਸੀਂ ਇੱਕ ਐਕਟੀਵਿਟੀ ਕਰਿਓ, ਠੀਕ ਹੈ, ਜਦੋਂ ਆ ਕਲਾਸ ਲੱਗ ਗਈ ਤੁਸੀਂ ਦੇਖਣਾ ਹੈ ਵੀ ਤੁਹਾਡੇ 'ਚ ਕੀ ਤਾਂ ਫੀਅਰ ਨੇ, ਕਿਹੜੀਆਂ ਚੀਜ਼ਾਂ ਤੋਂ ਡਰਦੇ ਹੋ ਤੁਸੀਂ। ਉਹ ਹੁਣ ਇਹ ਵੀ ਫੈਕਟ ਆ। ਹੁਣ ਜਿਹੜੇ ਆਪਾਂ ਡਰਦੇ ਆ, ਮੰਨ ਲਓ ਕੋਈ ਸੈਸ਼ਨ ਦੇਣ ਤੋਂ ਡਰਦਾ, ਕੋਈ ਟੈਸਟ ਦੇਣ ਤੋਂ ਡਰਦਾ, ਕੋਈ ਬੋਲਣ ਤੋਂ ਡਰਦਾ, ਕੋਈ ਪੜ੍ਹਨ ਤੋਂ ਡਰਦਾ, ਫੈਕਟ ਆ। ਹੁਣ ਉਹ ਕੀ ਕਰੇ ਵਿਚਾਰਾ, ਡਰਦਾ, ਹਨਾ। ਆਪਾਂ ਫੈਕਟ ਨਹੀਂ ਚੇਂਜ ਕਰ ਸਕਦੇ। ਆਪਾਂ ਕੀ ਚੇਂਜ ਕਰ ਸਕਦੇ ਹਾਂ? ਜਿਹੜੇ ਇਮੋਸ਼ਨ ਇਹਦੇ ਨਾਲ ਜੁੜੇ ਹੋਏ ਆ, ਆਪਾਂ ਉਹਨਾਂ ਇਮੋਸ਼ਨਸ ਨੂੰ ਆਪਾਂ ਹੁਣ ਫੈਕਟ ਤਾਂ ਚੇਂਜ ਨਹੀਂ ਕਰ ਸਕਦੇ। ਫੈਕਟਸ ਆਰ ਮੇਅਰਲੀ ਫੈਕਟ ਤਾਂ ਫੈਕਟ ਹੀ ਰਹਿਣਗੇ। ਆਪਾਂ ਆਪਣੇ ਇਮੋਸ਼ਨ ਚੇਂਜ ਕਰ ਦਈਏ ਵੀ ਮੈਂ ਬੁੱਕ ਨਹੀਂ ਪੜ੍ਹ ਸਕਦਾ, ਕਿਉਂ ਨਹੀਂ ਪੜ੍ਹ ਸਕਦਾ, ਪੜ੍ਹੂੰਗਾ। ਜਦੋਂ ਤੁਸੀਂ ਇਹ ਗੱਲ ਆਪਣੇ ਆਪ ਨੂੰ ਕਹਿਣ ਲੱਗ ਗਏ ਨਾ, ਉਦੋਂ ਕਰੋਗੇ। ਫੀਅਰ ਕੈਨੋਟ ਐਗਜ਼ਿਸਟ ਇਨ ਦਾ ਪ੍ਰੈਜ਼ੈਂਟ 'ਚ ਤਾਂ ਹੁੰਦਾ ਹੀ ਨਹੀਂ। ਜਿਹੜਾ ਆਪਾਂ ਡਰ ਸੋਚਦੇ ਆ ਨਾ, ਉਹ ਪ੍ਰੈਜ਼ੈਂਟ 'ਚ ਐਗਜ਼ਿਸਟ ਹੀ ਨਹੀਂ ਹੁੰਦਾ। ਐਗਜ਼ਿਸਟ ਮਤਲਬ ਹੋਣਾ, ਆਪਾਂ ਐਗਜ਼ਿਸਟ ਕਰਦੇ ਹਾਂ, ਬਟ ਫੀਅਰ ਐਗਜ਼ਿਸਟ ਨਹੀਂ ਕਰਦਾ। ਜਿੰਨਾ ਟਾਈਮ ਤੁਸੀਂ ਹਨਾ ਤੁਹਾਡੀ ਪਰਫਾਰਮੈਂਸ 100% ਆ, ਫੀਅਰ ਐਗਜ਼ਿਸਟ ਨਹੀਂ ਕਰਦਾ, ਡਰੂਗਾ ਤੁਹਾਡੇ ਤੋਂ। ਬਟ ਜਦੋਂ ਡਰ ਤੁਹਾਨੂੰ ਡਰਾਉਣ ਲੱਗ ਗਿਆ, ਉਦੋਂ ਐਗਜ਼ਿਸਟ ਕਰੂਗਾ, ਉਦੋਂ ਫੀਅਰ ਰਿਐਲਿਟੀ ਬਣ ਜੂਗਾ। ਬਟ ਉਹ ਰਿਐਲਿਟੀ ਉਦੋਂ ਬਣੂਗਾ ਜਦੋਂ ਤੁਸੀਂ ਉਸ ਤੋਂ ਡਰ ਗਏ। ਉਨਾ ਚਿਰ ਫੀਅਰ ਇੱਕ ਤੁਹਾਡੀ ਇਮੈਜੀਨੇਸ਼ਨ ਹੀ ਬਣ ਕੇ ਰਹੂਗਾ, ਜਿੰਨਾ ਚਿਰ ਤੁਸੀਂ ਆਪਣੀ ਪਰਫਾਰਮੈਂਸ ਆ ਜਿਹੜਾ ਉਹ 100% ਦੇ ਰਹੇ ਹੋ। The only thing we have to fear is fear itself.
ਕਹਿੰਦੇ ਜੇ ਆਪਾਂ ਕਿਸੇ ਚੀਜ਼ ਤੋਂ ਡਰਨਾ ਹੀ ਆ ਨਾ, ਡਰ ਤੋਂ ਡਰੋ, ਮਤਲਬ ਡਰ ਤੋਂ ਡਰੋ ਵੀ ਡਰ ਨੂੰ ਸਾਈਡ ਤੇ ਰੱਖੋ ਵੀ ਜੇ ਇਹ ਮੇਰੀ ਜ਼ਿੰਦਗੀ 'ਚ ਆ ਗਿਆ ਤਾਂ ਬਸ ਸਿਰਫ ਡਰ ਦਾ ਡਰ ਰੱਖੋ। ਆ ਬਹੁਤ ਬਹੁਤ ਜ਼ਿਆਦਾ ਵਧੀਆ ਲਾਈਨਸ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਫੀਅਰਸ ਤੇ। ਫੀਅਰਸ ਆਰ ਨਥਿੰਗ ਮੋਰ ਦੈਨ ਸਟੇਟ ਆਫ ਮਾਈਂਡ। ਹੋਰ ਕੁਝ ਨਹੀਂ ਹੁੰਦਾ, ਡਰ ਆਪਣੇ ਇੱਕ ਮਾਈਂਡ ਦੀ ਸਟੇਟ ਹੁੰਦਾ। ਵੈਨ ਆਈ ਲੁੱਕ ਬੈਕ ਔਨ ਆਲ ਦੀਜ਼ ਵਰੀਜ਼, ਕਹਿੰਦੇ ਜਦੋਂ ਵੀ ਮੈਂ ਪਿੱਛੇ ਮੁੜ ਕੇ ਦੇਖਦਾ ਮੇਰੀਆਂ ਚਿੰਤਾ ਕਰਨੀ ਹੈ ਨਾ, ਆਈ ਰਿਮੰਬਰ ਦਾ ਸਟੋਰੀ ਆਫ ਦਾ ਓਲਡ ਮੈਨ who said on his deathbed that he had a lot of trouble in his life, most of which had never happened। ਕਹਿੰਦੇ ਇੱਕ ਬਜ਼ੁਰਗ ਆਦਮੀ ਸੀ, ਜਦੋਂ ਮਤਲਬ ਜਦੋਂ ਉਹਦੀ ਡੈਥ ਹੋ ਗਈ, ਡੈਥ ਬੈੱਡ ਤੇ ਪਿਆ ਸੀਗਾ, ਉਦੋਂ ਉਹਨੇ ਇਹ ਗੱਲ ਕਹੀ ਸੀ, ਕਹਿੰਦੇ ਮੈਂ ਆਪਣੀ ਲਾਈਫ 'ਚ ਜਿਹੜੀਆਂ ਜ਼ਿਆਦਾ ਆਪਾਂ ਚਿੰਤਾ ਕਰਦੇ ਹਾਂ ਹਨਾ, ਉਹ ਇਹੋ ਜਿਹੀਆਂ ਚੀਜ਼ਾਂ ਦੀਆਂ ਕੀਤੀਆਂ ਸੀ ਜਿਹੜੀਆਂ ਕਦੇ ਹੋਈਆਂ ਹੀ ਨਹੀਂ। ਆਪਾਂ ਵੀ ਇਹੀ ਕਰਦੇ ਹਾਂ, ਆਪਾਂ ਵੀ ਉਹਨਾਂ ਚੀਜ਼ਾਂ ਦੀ ਵਰੀ ਕਰਦੇ ਹਾਂ ਜਿਹੜੀਆਂ ਐਕਚੁਅਲ 'ਚ ਹੁੰਦੀਆਂ ਹੀ ਨਹੀਂ। ਆ ਤੁਸੀਂ ਪੜ੍ਹ ਲਿਓ ਸਾਰੀਆਂ। ਸੋ ਹੋਰ ਇੱਥੇ ਉਹਨਾਂ ਨੇ ਸਾਰੇ ਨੈਗੇਟਿਵ ਸੀ। ਕਹਿੰਦੇ ਜਿਹੜਾ ਤਾਂ ਹੁੰਦਾ ਸੁਸਤ ਬੰਦਾ ਹਨਾ, ਜਾਂ ਡਰਪੋਕ ਕਵਾੜ ਕਹਿ ਲਓ ਹਨਾ, ਜਿਹੜਾ ਉਹਨੂੰ ਉਹ ਕੀ ਕਰਦਾ, ਉਹ ਓਪਰਚੁਨਿਟੀ ਜਦੋਂ ਉਹਨੂੰ ਮਿਲਦੀ ਆ ਉਹ 'ਚ ਵੀ ਡਿਫਿਕਲਟੀ ਦੇਖਦਾ। ਆਪਾਂ ਇਹਨੂੰ ਆਪਣੇ ਨਾਲ ਹੀ ਰਿਲੇਟ ਕਰ ਸਕਦੇ ਹਾਂ। ਆ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜਿਵੇਂ ਆਪਾਂ ਬੈਠੇ ਹਾਂ, ਜਿਹੜੇ ਤਾਂ ਹੈਗੇ ਉਤਸ਼ਾਹੀ ਵੀ ਕੁਝ ਕਰਨਾ ਹੈ, ਉਹ ਤਾਂ ਕਹਿਣਗੇ ਵਾਓ ਇਟਸ ਅ ਵੈਰੀ ਗੁੱਡ ਓਪਰਚੁਨਿਟੀ ਹਨਾ, ਵੀ ਕਿੰਨਾ ਵਧੀਆ ਮੌਕਾ ਮਿਲਿਆ। ਮੈਂ ਖੁਦ ਕਹਿ ਰਹੀ ਹਾਂ ਵੀ ਇਟਸ ਅ ਰੀਅਲੀ ਵੈਰੀ ਗੁੱਡ ਓਪਰਚੁਨਿਟੀ। ਲਾਈਫ 'ਚ ਮੈਨੂੰ ਕਦੇ ਨਹੀਂ ਮਿਲੀ ਇਹੋ ਜਿਹੀ ਓਪਰਚੁਨਿਟੀ ਹਨਾ, ਕਿਉਂਕਿ ਇੱਥੇ ਆਪਾਂ ਸੁਣ ਵੀ ਬਹੁਤ ਕੁਝ ਸਕਦੇ ਹਾਂ, ਕੁਆਲਿਟੀਜ਼ ਬਹੁਤ ਆਪਾਂ ਗੇਨ ਕਰ ਸਕਦੇ ਹਾਂ, ਤੇ ਜੋ ਕੁਝ ਆਪਣੇ ਅੰਦਰ ਆ ਆਪਾਂ ਦੱਸ ਵੀ ਸਕਦੇ ਹਾਂ। ਜੇ ਕੋਈ ਆਪਣੀ ਪ੍ਰੋਬਲਮ ਆਪਾਂ ਸੋਲਵ ਵੀ ਕਰਵਾ ਸਕਦੇ ਹਾਂ। ਕਿੰਨੀ ਵਧੀਆ ਓਪਰਚੁਨਿਟੀ ਆ। ਸਕੂਲਸ 'ਚ ਵੀ ਨਹੀਂ ਆਪਾਂ ਨੂੰ ਇਹੋ ਜਿਹੀ ਓਪਰਚੁਨਿਟੀ ਮਿਲਦੀ, ਇਹੋ ਜਿਹੀਆਂ ਗੱਲਾਂ ਆਪਾਂ ਨੂੰ ਸਕੂਲਸ 'ਚ ਵੀ ਨਹੀਂ ਮਿਲਦੀਆਂ। ਸੋ ਤੁਸੀਂ ਇਹ ਓਪਰਚੁਨਿਟੀ ਨੂੰ ਓਪਰਚੁਨਿਟੀ ਮੰਨੋ, ਇਹ 'ਚ ਡਿਫਿਕਲਟੀ ਨਾ ਲਓ। ਹੁਣ ਇਹ ਤਾਂ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਉਤਸ਼ਾਹੀ ਹੋ, ਤੁਸੀਂ ਕੁਝ ਕਰਨ ਵਾਲੇ ਹੋ, ਉਦਮੀ ਹੋ ਜਾਂ ਸੁਸਤੀ ਹੋ। ਤੇ ਜਿਹੜਾ ਨੈਗੇਟਿਵਿਟੀ ਵਾਲਾ ਉਹ ਓਪਰਚੁਨਿਟੀ 'ਚ ਡਿਫਿਕਲਟੀ ਦੇਖਦਾ, ਤੇ ਜਿਹੜਾ ਉਤਸ਼ਾਹੀ ਆ ਉਹ ਡਿਫਿਕਲਟੀ 'ਚ ਵੀ ਓਪਰਚੁਨਿਟੀ ਦੇਖਦਾ। ਮਤਲਬ ਜਦੋਂ ਉਹਨੂੰ ਕੋਈ ਔਖਾ ਕੰਮ ਜਾਂ ਕੋਈ ਮੁਸੀਬਤ ਵੀ ਕਿਤੇ, ਤਾਂ ਇਹਦੇ 'ਚ ਵੀ ਕੋਈ ਮੌਕਾ, ਮੈਨੂੰ ਕੋਈ ਮੌਕਾ ਦਿੱਤਾ ਗੋਡ ਨੇ ਵੀ ਇਹ ਮੁਸੀਬਤ ਦੇ ਜ਼ਰੀਏ ਤੂੰ ਇੱਥੇ ਪਹੁੰਚ ਸਕਦਾ। ਇਹੀ ਫਰਕ ਆ ਨੈਗੇਟਿਵ ਤੇ ਪੋਜ਼ਿਟਿਵ ਦੇ ਵਿੱਚ। ਹੇਟ, ਐਂਗਰ ਔਰ ਇਰੀਟੇਸ਼ਨਸ, ਇਹ ਆਪਣੀਆਂ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਪਰਫਾਰਮੈਂਸ ਤੇ ਆਪਾਂ ਨੂੰ ਆਪਣੀ ਪਰਫਾਰਮੈਂਸ ਤੇ ਇਫੈਕਟ ਪਾਉਂਦੀਆਂ ਨੇ। ਫॉर ਐਵਰੀ ਮਿੰਟ ਯੂ ਆਰ ਐਂਗਰੀ ਯੂ ਲੌਸ 60 ਸੈਕਿੰਡਸ ਆਫ ਹੈਪੀਨੈਸ। ਕਿੰਨੀ ਵਧੀਆ ਗੱਲ ਆ ਹਨਾ, ਵੀ ਮੰਨ ਲਓ ਤੁਸੀਂ 1 ਸੈਕਿੰਡ 1 ਮਿੰਟ ਲਈ ਵੀ ਗੁੱਸੇ ਹੁੰਦੇ ਹੋ, ਤੁਸੀਂ ਐਂ ਸੋਚੋ ਵੀ 60 ਸੈਕਿੰਡ ਤੁਸੀਂ ਆਪਣੀ ਹੈਪੀਨੈਸ ਤੇ ਗਵਾ ਲਏ ਜਦੋਂ ਤੁਸੀਂ ਗੁੱਸਾ ਕਰਦੇ ਹੋ। ਹੁਣ ਇਹ ਵੀ ਕਹਿਣਗੇ ਸਾਡੇ ਵੱਸ 'ਚ ਨਹੀਂ ਹੁੰਦਾ। ਹੁਣ ਜਦੋਂ ਸਾਨੂੰ ਗੁੱਸਾ ਆ ਜਾਂਦਾ, ਉਦੋਂ ਪਤਾ ਤੁਸੀਂ ਕੀ ਕਰਨਾ, ਇਹਨਾਂ ਨੇ ਦੱਸਿਆ ਹੋਇਆ ਗਾ ਵੀ ਇੱਕੋ ਹੀ ਵੇ ਆ, ਜਦੋਂ ਤੁਹਾਨੂੰ ਕੋਈ ਬੋਲਦਾ ਨਾ, ਕੋਈ ਗਲਤ ਬੋਲਦਾ, ਤੁਸੀਂ ਉੱਥੇ ਆਪਣੇ ਆਪ ਨੂੰ ਟੀਚਰ ਮੰਨੋ, ਤੁਸੀਂ ਉਹਨੂੰ ਸਿਖਾਉਣਾ ਵੀ ਚੁੱਪ ਕਿਵੇਂ ਰਹਿਣਾ, ਆਪਣੇ ਕੰਟਰੋਲ ਨੂੰ, ਐਂਗਰ ਨੂੰ ਕੰਟਰੋਲ ਕਿਵੇਂ ਕਰਨਾ, ਉਦੋਂ ਤੁਸੀਂ ਟੀਚਰ ਮੰਨਣਾ ਆਪਣੇ ਆਪ ਨੂੰ। ਸੀਰੀਅਸਲੀ ਜਦੋਂ ਤੁਸੀਂ ਆਪਣੇ ਮਾਈਂਡ 'ਚ ਇਹ ਬਿਠਾ ਲਓਗੇ ਨਾ, ਫਸਟ ਡੇ ਤਾਂ ਇਹਦਾ ਤੁਹਾਨੂੰ ਇਫੈਕਟ ਨਹੀਂ ਦਿਖਣਾ, ਫਸਟ ਡੇ ਨਹੀਂ ਦਿਖਣਾ, ਸੈਕੰਡ ਡੇ ਨਹੀਂ ਦਿਖਣਾ, ਹੌਲੀ ਹੌਲੀ ਜਿਵੇਂ ਜਿਵੇਂ ਕਰੀ ਜਾਓਗੇ ਤੁਹਾਨੂੰ ਪਤਾ ਲੱਗੀ ਜਾਊਗਾ। ਕਿਉਂਕਿ ਇਹੀ ਆਪਾਂ ਜਦੋਂ ਆਪਣੇ ਆਪ ਨੂੰ ਐਜ਼ ਅ ਟੀਚਰ ਡੀਲ ਕਰਾਂਗੇ ਨਾ ਦੂਸਰੇ ਨਾਲ, ਉਦੋਂ ਤੁਸੀਂ ਆਟੋਮੈਟਿਕ ਚੁੱਪ ਹੋ ਜਾਓਗੇ, ਕਿਉਂਕਿ ਟੀਚਰ ਕੁਝ ਸਿਖਾਉਂਦਾ ਹੈ। ਜੇ ਤੁਸੀਂ ਵੀ ਉਹਦੇ ਨਾਲ ਬੋਲ ਪਏ, ਉਹ ਵੀ ਬੋਲੀ ਜਾਂਦਾ, ਤੁਸੀਂ ਵੀ ਬੋਲੀ ਜਾਂਦੇ ਹੋ, ਤਾਂ ਡੈਫੀਨੇਟਲੀ ਲੜਾਈ ਹੋਊਗੀ। ਉੱਥੇ ਕੋਈ ਫਰਕ ਨਹੀਂ ਹੈਗਾ ਤੁਹਾਡੇ ਵਿੱਚ ਤੇ ਉਹਦੇ ਵਿੱਚ। ਸੋ ਐਜ਼ ਅ ਟੀਚਰ ਡੀਲ ਕਰਿਆ ਕਰੋ ਜਦੋਂ ਗੁੱਸਾ ਆਉਂਦਾ ਹੁੰਦਾ, ਬਸ ਚੁੱਪ ਕਰਕੇ ਵੀ ਤੁਹਾਡਾ ਰੋਲ ਇਹ ਆ ਵੀ ਤੁਸੀਂ ਦੂਸਰਿਆਂ ਨੂੰ ਇਹ ਸਿਖਾਉਣਾ ਵੀ ਗੁੱਸੇ ਦੇ ਵਿੱਚ ਵੀ ਚੁੱਪ ਕਿਵੇਂ ਰਹਿਣਾ। ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵੀ ਆਪਾਂ ਨੂੰ ਇਹੀ ਸਿਖਾਉਂਦੇ ਆ। Whenever you are angry, be assured that it is not only a present evil, but that you have increased habit। ਜਦੋਂ ਕਹਿੰਦੇ ਤੁਹਾਨੂੰ ਗੁੱਸਾ ਆਉਂਦਾ, ਸਿਰਫ ਇੰਨਾ ਨਾ ਸੋਚਿਆ ਕਰੋ ਵੀ ਇਹ ਸਿਰਫ ਅੱਜ ਦੀ ਬੁਰਾਈ ਆ, ਵੀ ਪ੍ਰੈਜ਼ੈਂਟ 'ਚ ਹੀ ਚੱਲ ਰਹੀ ਆ ਬਸ, ਵੀ ਮੈਨੂੰ ਅੱਜ ਹੀ ਗੁੱਸਾ ਆਊਗਾ, ਕੱਲ ਨੂੰ ਨਹੀਂ ਗੁੱਸਾ ਆਉਂਦਾ। ਇਹਦੇ ਨਾਲ ਤੁਸੀਂ ਆਪਣੀ ਇਹ ਹੈਬਿਟ ਨੂੰ ਇਨਕਰੀਜ਼ ਕਰਦੇ ਪਏ ਹੋ, ਆਪਦੀ ਇਹ ਆਦਤ ਨੂੰ ਵਧਾਉਂਦੇ ਪਏ ਹੋ, ਜਿਵੇਂ ਜਿਵੇਂ ਤੁਸੀਂ ਗੁੱਸਾ ਕਰਦੇ ਹੋ। We shall acquire problems can't be solved at the same level। ਹਾਂ, ਬਹੁਤ ਵਧੀਆ ਹੈ, ਬਸ ਤੁਸੀਂ ਪੜ੍ਹ ਲਿਓ, ਬਹੁਤ ਪਈ ਹੈ ਹਜੇ ਬੁੱਕ। ਇਹ 90 ਪੇਜਸ ਨੇ, ਕੋਈ ਜ਼ਿਆਦਾ ਵੱਡੀ ਨਹੀਂ ਹੈਗੀ। ਤੁਸੀਂ ਪਲੀਜ਼, ਚਾਹੇ ਟੀਚਰ ਹੋ ਚਾਹੇ ਹਨਾ ਸਟੂਡੈਂਟ ਹੋ, ਮੈਂ ਇਹ ਰეკਮੈਂਡ ਕਰਦੀ ਹਾਂ, ਪਲੀਜ਼ ਇਹ ਬੁੱਕ ਪੜ੍ਹ ਕੇ ਦੇਖਿਓ। ਬਹੁਤ ਜ਼ਿਆਦਾ ਮੋਟੀਵੇਸ਼ਨਲ ਬੁੱਕ ਆ, ਤੇ ਬਹੁਤ ਮਤਲਬ ਸਾਈਕੀ ਨੂੰ ਇੱਕ ਸਬਜੈਕਟ ਆ, ਸਾਈਕੋਲੋਜੀ ਹਨਾ, ਆਪਾਂ ਡਿਫੀਕਲਟ ਵੀ ਮੰਨ ਸਕਦੇ ਹਾਂ, ਬਟ ਬਹੁਤ ਵਧੀਆ, ਬਹੁਤ ਬਰੀਫ ਵੇ ਦੇ ਵਿੱਚ ਜਿਹੜਾ ਰਾਈਟਰ ਨੇ ਨਾ ਐਕਸਪਲੇਨ ਕੀਤਾ ਹੋਇਆ, ਸਾਈਕੋਲੋਜਿਸਟ ਹੈ ਇਹ, ਬਹੁਤ ਵਧੀਆ। A good man is a bad man's teacher। ਆ ਦੇਖੋ, ਕਹਿੰਦੇ ਜਦੋਂ ਜਿਹੜਾ ਇੱਕ ਚੰਗਾ ਆਦਮੀ ਆ ਨਾ, ਉਹ ਬੁਰੇ ਆਦਮੀ ਦਾ ਟੀਚਰ ਹੁੰਦਾ, ਤੇ ਜਿਹੜਾ ਬੁਰਾ ਆਦਮੀ ਆ ਉਹਦੀ ਜੌਬ ਕੀ ਹੁੰਦੀ ਆ, is a good man's job।
ਗਰੀਡ, ਲਾਲਚ, ਇਹ ਵੀ ਇਹਨਾਂ ਨੇ ਸਾਰੇ ਨੈਗੇਟਿਵ ਇਮੋਸ਼ਨਸ ਦੱਸੇ ਹੋਏ ਨੇਗੇ ਵੀ ਜਿਨ੍ਹਾਂ ਨਾਲ ਆਪਣੀ ਪਰਫਾਰਮੈਂਸ ਤੇ ਇਫੈਕਟ ਪੈਂਦਾ, ਉਹ ਸਾਰੇ ਇਹਨਾਂ ਨੇ ਦੱਸੇ ਹੋਏ ਆ। ਜੈਲਸੀ, ਇਹ ਬਸ ਇਹ ਚੀਜ਼ਾਂ ਜਿਹੜੀਆਂ ਆਪਾਂ ਅੰਦਰੋਂ ਕੱਢਣੀਆਂ ਚਾਹੁੰਦੇ ਆ, ਬਸ ਇਹ ਇਹਨਾਂ ਨੂੰ ਜਦੋਂ ਇਹ ਆਉਂਦੀਆਂ ਨੇ ਨਾ, ਇਹਨਾਂ ਨੂੰ ਸਮਾਈਲ ਕਰ ਲਿਆ ਕਰੋ, ਕਿਉਂਕਿ ਫਿਜ਼ੀਓਲੋਜੀ ਵੀ ਨਾ ਬਹੁਤ ਆਪਾਂ ਪਿੱਛੇ ਪੜਿਆ ਨਹੀਂ, ਉਹ ਫਸਟ ਚੈਪਟਰ 'ਚ ਹੀ ਦੱਸਿਆ ਹੋਇਆ ਉਹਨਾਂ ਨੇ ਫਿਜ਼ੀਓਲੋਜੀ, ਉਹ ਬਹੁਤ ਗ੍ਰੇਟ ਇੰਪੈਕਟ ਪਾਉਂਦੀ ਆ ਆਪਣੀ। ਤੁਹਾਡੇ ਤੋਂ ਕੋਈ ਪ੍ਰੋਬਲਮ ਆਈ ਆ ਹਨਾ, ਤੁਸੀਂ ਦੁਖੀ ਹੋ, ਮਿਰਰ ਦੇ ਸਾਹਮਣੇ ਖੜ ਕੇ ਨਾ ਹੱਸ ਲਿਆ ਕਰੋ, ਹੱਸ ਕੇ ਦੇਖਿਆ ਕਰੋ, ਤੁਹਾਨੂੰ ਸੀਰੀਅਸਲੀ ਆਏ ਹੋਊਗਾ ਵੀ ਹਾਂ ਮੈਨੂੰ ਨਾ ਕੋਈ ਮਤਲਬ ਵੀ ਮੈਨੂੰ ਕੋਈ ਰੀਜ਼ਨ ਜਾਂ ਮਿਲਿਆ ਵੀ ਮੈਂ ਸਮਾਈਲ ਕਰ ਰਿਹਾ। ਫਿਜ਼ੀਓਲੋਜੀ ਬਹੁਤ ਗ੍ਰੇਟ ਇੰਪੈਕਟ ਪਾਉਂਦੀ ਆ ਆਪਣੇ ਤੇ। ਜਦੋਂ ਹੁਣ ਆਪਾਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਆ, ਕਹਿੰਦੇ ਤੁਹਾਨੂੰ 10 ਲੱਖ ਦੀ ਲੋਟਰੀ ਆ ਗਈ, ਤੁਸੀਂ ਕਿਵੇਂ ਤੁਸੀਂ ਰਿਸਪੌਂਸ ਕਰੋਗੇ, ਮਤਲਬ ਐਕਸਪ੍ਰੈਸ਼ਨ ਕੀ ਹੋਣਗੇ? ਡੈਫੀਨੇਟਲੀ ਆਪਾਂ ਪੂਰੇ ਖੁਸ਼ੀ 'ਚ ਹੋਵਾਂਗੇ ਹਨਾ ਵੀ 10 ਲੱਖ ਦੀ ਲੋਟਰੀ ਆ ਗਈ। ਤੇ ਚਲੋ ਸੈਕਿੰਡ ਚੀਜ਼ ਐ ਹੁੰਦੀ ਆ ਵੀ 10 ਲੱਖ ਦੀ ਲੋਟਰੀ ਆ ਗਈ, ਉਹ ਤੁਹਾਡੀ ਟਿਕਟ ਗੁੰਮ ਗਈ, ਉਦੋਂ ਤੁਸੀਂ ਕਿਵੇਂ ਰਿਸਪੌਂਸ ਕਰੋਗੇ, ਕੀ ਐਕਸਪ੍ਰੈਸ਼ਨ ਹੋਣਗੇ, ਉਹ ਵੀ ਆਪਾਂ ਨੂੰ ਪਤਾ, ਮੂੰਹ ਲਟਕਾ ਕੇ ਬਹਿ ਜਾਾਂਗੇ ਹਨਾ। ਫਿਜ਼ੀਓਲੋਜੀ ਆ, ਜਿਵੇਂ ਆਪਾਂ ਸੋਚਦੇ ਹਾਂ ਆਪਣੇ ਐਕਸਪ੍ਰੈਸ਼ਨਸ ਹੁੰਦੇ ਆ, ਆਪਣੀ ਫਿਜ਼ੀਓਲੋਜੀ ਵੀ ਉਵੇਂ ਹੁੰਦੀ ਆ ਜਿਵੇਂ ਆਪਾਂ ਫੀਲ ਕਰਦੇ ਹਾਂ। ਸੋ ਬਸ ਸਮਾਈਲ ਕਰਦੇ ਰਿਹਾ ਕਰੋ ਜਦੋਂ ਵੀ ਕੋਈ ਡਿਫੀਕਲਟੀ ਆਉਂਦੀ ਹੁੰਦੀ ਆ, ਵੀ ਜਦੋਂ ਸਮਾਈਲ ਕਰੋਗੇ ਆਪਣੇ ਆਪ ਅੰਦਰੋਂ એનર્ਜੀ ਜੀ ਮਿਲ ਜੂਗੀ ਵੀ ਕੋਈ ਨਾ, ਇਹ ਡਿਫੀਕਲਟੀ ਆ, ਇਟਸ ਆਲਸੋ ਐਨ ਓਪਰਚੁਨਿਟੀ, ਇਹ ਇੱਕ ਮੌਕਾ ਵੀ ਆ ਮੇਰੇ ਕੋਲ, ਠੀਕ ਆ ਪੋਜ਼ਿਟਿਵ ਆਪਣੇ ਹੈਗੇ ਨੇਗੇ। ਬਰੇਵਰੀ, ਪ੍ਰੇਜ਼, ਲਵ, ਟਰਾਂਸਫਾਰਮਿੰਗ ਇਮੋਸ਼ਨਸ, ਆਪਾਂ ਆਪਣੇ ਇਮੋਸ਼ਨਸ ਨੂੰ ਟਰਾਂਸਫਾਰਮ ਕਿਵੇਂ ਕਰ ਸਕਦੇ ਹਾਂ। ਇਹ 'ਚ ਵੀ ਉਹਨੇ ਆਪਣੀ ਇੱਕ ਐਗਜ਼ਾਮਪਲ ਦੱਸੀ ਹੋਈ ਆ, ਕਹਿੰਦੇ ਵੀ ਜਦੋਂ ਮੈਂ ਸਵਿਮ ਕਰਦਾ ਹੁੰਦਾ ਸੀਗਾ ਹਨਾ, ਮੈਨੂੰ ਮਤਲਬ ਵੀ ਕਈ ਮੇਰੇ ਤੋਂ ਐ ਪੁੱਛਦੇ ਹੁੰਦੇ ਸੀ ਵੀ ਤੈਨੂੰ ਤੈਰਨ ਤੋਂ ਡਰ ਨਹੀਂ ਲੱਗਦਾ, ਤੈਨੂੰ ਡਰ ਨਹੀਂ ਲੱਗਦਾ ਵੀ ਤੂੰ ਡੁੱਬ ਜਾਏਗਾ ਜਾਂ ਪਾਣੀ ਬਾਹਲਾ ਠੰਡਾ ਜਾਂ ਕੁਛ ਵੀ ਹੋ ਸਕਦਾ, ਵੀ ਤੂੰ ਫਿਰ ਵੀ ਤੈਰ ਲੈਣਾ। ਉਹ ਕਹਿੰਦਾ ਵੀ ਮੈਂ ਮਾਈਂਡ 'ਚ ਇਹ ਚੀਜ਼ ਆਉਣ ਹੀ ਨਹੀਂ ਦਿੱਤੀ, ਕਿਉਂਕਿ ਮੈਂ ਇਹੀ ਚੀਜ਼ਾਂ ਸੋਚ ਕੇ ਚੱਲਿਆ ਸੀ ਵੀ ਜਾਂ ਤਾਂ ਮਰੂਗਾ ਜਾਂ ਜਿਊਂਗਾ, ਵੀ ਫਿਰ ਪਿੱਛੇ ਕਿਉਂ ਹਟਣਾ, ਮਰਨਾ ਤਾਂ ਇੱਕ ਦਿਨ ਹੈਗਾ ਹੀ ਆ। ਉਹ ਇਹ ਚੀਜ਼ ਲੈ ਕੇ ਚੱਲਦਾ ਸੀ ਆਪਣੇ ਮਾਈਂਡ 'ਚ ਜਿਹੜਾ ਰਾਈਟਰ ਆ। ਸੋ ਇਹੀ ਚੀਜ਼ ਲੈ ਕੇ ਆਪਾਂ ਚੱਲਣੀ ਆ ਵੀ ਦੋ ਹੀ ਚੀਜ਼ਾਂ ਨੇ, ਜਾਂ ਤਾਂ ਫੇਲ ਹੋ ਜਾਾਂਗੇ ਜਾਂ ਪਾਸ ਹੋ ਜਾਾਂਗੇ। ਆਪਣੇ ਐਗਜ਼ਾਮਸ 'ਚ ਵੀ ਇਹੀ ਹੁੰਦਾ, ਚਾਹੇ ਤਾਂ ਫੇਲ ਹੋ ਜਾਈਏ ਚਾਹੇ ਪਾਸ ਹੋ ਜਾਈਏ। ਇਹ ਸਮਰੀ ਹੈ ਜੀ ਸਾਰੀ ਬੁੱਕ ਦੀ। ਸੋ ਮੈਂ ਬਹੁਤ ਬਰੀਫ ਕਰਕੇ ਤੁਹਾਨੂੰ ਦੱਸਣ ਦੀ ਮਤਲਬ ਇੱਕ ਟਰਾਈ ਕੀਤਾ ਹਨਾ ਮੈਂ। ਤੁਸੀਂ ਇਹ ਬੁੱਕ ਪੜ੍ਹ ਲਿਓ, ਆਪਣੇ ਆਪ ਤੁਹਾਨੂੰ ਪਤਾ ਲੱਗ ਜੂ ਵੀ ਇਹ ਬੁੱਕ ਕੀ ਆ। ਸੋ ਨੈਕਸਟ ਸੈਸ਼ਨ ਵੀ ਹੋਣਾ ਜੀ, ਸੋ ਮੈਂ ਇੱਥੇ ਐਂਡ ਕਰਦੀ ਹਾਂ। ਮਿਸਟੇਕਸ ਲਈ ਮੈਨੂੰ ਬਹੁਤ ਸੌਰੀ ਫੀਲ ਆ, ਕਿਉਂਕਿ ਬਹੁਤ ਮਿਸਟੇਕਸ ਹੋ ਗਈਆਂ ਹੋਣਗੀਆਂ, ਐਮ ਡੈਫੀਨੇਟ। ਸੋ ਖਿਮਾ ਦੀ ਜਾ ਚੁੱਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਜੀ ਆਪਾਂ ਹੈਂਡ ਰੇਜ਼ ਲੈ ਲਈਏ, ਸ਼ਾਇਦ ਸੁਖਮਨੀ ਕੌਰ ਜੀ ਅੱਜ ਆਪਣਾ ਨਹੀਂ ਜੁੜੇ। ਹਾਂਜੀ, ਪਹਿਲਾਂ ਹੈਂਡ ਰੇਜ਼ ਹੈ ਜੀ ਗਗਨਜੋਤ ਕੌਰ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਅਸੀਂ ਐਂ ਪੁੱਛਣਾ ਸੀ ਵੀ ਮੈਮ ਇਹ ਬੁੱਕ ਦੇ ਰੁਪੀਸ ਕਿੰਨੇ ਨੇ ਮੈਮ, ਤੇ ਇਹ ਕਿੱਥੋਂ ਮਿਲ ਸਕਦੀ ਆ? ਇਟਸ ਫ੍ਰੀਲੀ ਅਵੇਲੇਬਲ। ਇਹਦੀ ਜੀ PDF ਆ, ਮੈਂ ਤੁਹਾਨੂੰ ਨਾਮ ਸਟਾਰਟਿੰਗ 'ਚ ਹੀ ਦੱਸਤਾ ਸੀਗਾ ਬੁੱਕ ਦਾ, ਤੁਸੀਂ ਸਰਚ ਕਰਿਓ, PDF ਡਾਊਨਲੋਡ ਹੋ ਜੂਗੀ ਤੁਹਾਡੇ ਕੋਲ, ਫ੍ਰੀਲੀ ਅਵੇਲੇਬਲ ਹੈ। ਬਹੁਤ ਵਧੀਆ ਬੁੱਕ ਆ, ਸਾਰੇ ਪੜ੍ਹਿਓ। ਇੱਕ ਨਾ ਇਹਦੀ ਵੋਕੈਬਲਰੀ ਵੀ ਇੰਨੀ ਸਟਰੋਂਗ ਨਹੀਂ ਹੈਗੀ ਕਿ ਜਿਹੜੇ ਛੋਟੇ ਸਟੂਡੈਂਟ ਉਹ ਪੜ੍ਹ ਨਹੀਂ ਸਕਦੇ, ਆਲਮੋਸਟ 9th 10th ਵਾਲੇ ਵੀ ਇਹਨੂੰ ਪੜ੍ਹ ਸਕਦੇ ਆ ਈਜ਼ੀਲੀ। ਹਾਂਜੀ ਜੀ, ਨੈਕਸਟ ਹੈਂਡ ਰੇਜ਼ ਹੈ ਸੁਮਨਪ੍ਰੀਤ ਕੌਰ ਜੀ ਦਾ। ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸੁਮਨਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਮ ਮੈਂ ਪੁੱਛਣਾ ਸੀ ਵੀ ਇਹ ਬੁੱਕ ਦਾ ਨੇਮ ਕੀ ਆ ਜੀ? ਹਾਂਜੀ, ਇਹ ਹੈਪੀ ਬੁੱਕ ਆ। ਵੈਸੇ ਜਦੋਂ ਤੁਸੀਂ PDF ਡਾਊਨਲੋਡ ਕਰੋ, ਬੁੱਕ ਦਾ ਨੇਮ ਤਾਂ ਬਹੁਤ ਵੱਡਾ, ਹੈਪੀ ਬੁੱਕ ਭਰ ਲਿਓ ਤੁਸੀਂ, ਇਹ PDF ਦਾ ਨੇਮ ਆ ਹੈਪੀ ਬੁੱਕ। ਜੀ ਇਹ ਪੰਜਾਬੀ ਵਿੱਚ ਮਿਲਦੀ ਹੈ ਬੁੱਕ? ਐਕਚੁਅਲੀ ਬੁੱਕ ਹੈ ਜੀ ਇਹ, ਪੰਜਾਬੀ 'ਚ ਮੈਂ ਪੜ੍ਹੀ ਨਹੀਂ ਹੈ, ਇੰਗਲਿਸ਼ 'ਚ ਆ, ਕਿਉਂਕਿ ਰਾਈਟਰ ਇੰਗਲਿਸ਼ ਨੇ, ਮੈਨੂੰ ਨਹੀਂ ਪਤਾ ਵੀ ਇਹ ਪੰਜਾਬੀ 'ਚ ਐਡਿਟ ਹੋਈ ਹੈ ਜਾਂ ਨਹੀਂ ਹੋਈ। ਇਹਦੀ ਕੋਈ ਜ਼ਿਆਦਾ ਜਿਹੜੀ ਲੈਂਗੁਏਜ ਆ ਉਹ ਟਫ ਨਹੀਂ ਹੈਗੀ, ਯੂ ਕੈਨ ਰੀਡ ਇਟ। ਤੁਹਾਡੇ ਕੋਈ ਹਨਾ ਬ੍ਰਦਰ ਸਿਸਟਰ ਹੋਣਗੇ, ਸਗੋਂ ਵਧੀਆ, ਇਟਸ ਆਲਸੋ ਐਨ ਓਪਰਚੁਨਿਟੀ ਹੈ ਨਾ, ਮੌਕਾ ਤੁਹਾਡੇ ਕੋਲ, ਤੁਸੀਂ ਇੰਗਲਿਸ਼ ਵੀ ਇੰਪਰੂਵ ਕਰ ਸਕਦੇ ਹੋ। ਪੜ੍ਹਨ ਦੀ ਚਾਹਤ ਤਾਂ ਪੜ੍ਹ ਲਓਗੇ, ਡਿਕਸ਼ਨਰੀਜ਼ ਹੁੰਦੀਆਂ ਨੇ ਅਵੇਲੇਬਲ, ਉੱਥੋਂ ਮੀਨਿੰਗ ਪਤਾ ਲੱਗ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਨੈਕਸਟ ਜੀ ਰਮਨਜੋਤ ਕੌਰ ਜੀ। ਇਹ ਸਿਰ ਤੇ ਦਾ ਕੁਛ ਲੈ ਲੈਂਦੀ, ਡੰਗਰੇ ਜਾਤੇ ਤੇਰੀ ਆਵਾਜ਼ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ
ਥੈਂਕ ਯੂ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਹੈ ਨਾ ਆਪਣਾ ਸੈਸ਼ਨ ਸ਼ੇਅਰ ਕੀਤਾ। ਬਹੁਤ ਸਾਰੇ ਵਿਊਜ਼ ਤੁਹਾਡੇ ਬਹੁਤ ਵਧੀਆ ਸੀਗੇ। ਤੇ ਮੈਂ ਇਹਦੇ ਨਾਲ ਇੱਕ ਵੀ ਗੁਰਬਾਣੀ ਦਾ ਫਰਮਾਨ ਐਡ ਕਰਨਾ ਚਾਹੁੰਦੀ ਹਾਂ। ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਤੇ ਆਇਆ। ਕਿ ਜਦੋਂ ਆਪਾਂ ਬਿਲੀਵ ਕਰਦੇ ਹਾਂ ਵੀ ਹਨਾ ਪ੍ਰਮਾਤਮਾ ਆਪਣੇ ਹਮੇਸ਼ਾ ਨਾਲ, ਆਪਾਂ ਨੂੰ ਇਹ ਸਾਰੇ ਜਣੇ ਕਹਿੰਦੇ ਜ਼ਰੂਰ ਨਾ ਵੀ ਜਦੋਂ ਆਪਾਂ ਇਹ ਚੀਜ਼ ਮੰਨਣ ਲੱਗ ਜਾਂਦੇ ਹਾਂ ਵੀ ਪ੍ਰਮਾਤਮਾ ਹਮੇਸ਼ਾ ਆਪਣੇ ਨਾਲ ਆ, ਹਨਾ ਆਪਣੇ ਅੰਗ ਸੰਗ ਆ, ਹਮੇਸ਼ਾ ਆਪਣੇ ਸਹਾਈ ਹੁੰਦਾ ਗਾ। ਕਿ ਜਦੋਂ ਪ੍ਰਮਾਤਮਾ ਆਪਣੇ ਨਾਲ ਆ ਫਿਰ ਆਪਾਂ ਨੂੰ ਹਨਾ ਕਿਸੇ ਚੀਜ਼ ਦਾ ਫੇਅਰ ਕਰਨ ਦੀ ਲੋੜ ਹੀ ਕੀ ਆ। ਹਾਂਜੀ ਹਾਂਜੀ ਜ਼ਰੂਰ। ਆਪਣੇ ਆਪ ਹੀ ਸੈਲਫ ਕੌਨਫੀਡੈਂਸ ਆ ਜਾਂਦਾ ਜਦੋਂ ਆਪਾਂ ਪ੍ਰਮਾਤਮਾ ਦੇ ਵਿੱਚ ਫੇਥ ਰੱਖਦੇ ਹਾਂ। ਹਾਂਜੀ ਤੇ ਇੱਕ ਗੱਲ ਹੋਰ, ਆਪਾਂ ਹਮੇਸ਼ਾ ਫੀਅਰ ਕਰਦੇ ਹਾਂ ਕਿ ਜੇ ਅਸੀਂ ਲਾਈਕ ਅੱਜ ਬੋਲੇ ਹਨਾ ਜਾਂ ਕੋਈ ਵੀ ਕਿਤੇ ਕੰਮ ਕੀਤਾ ਜਾਂ ਕਿਤੇ ਵੀ ਆਪਾਂ ਬੋਲਣਾ ਹੋਵੇ ਹਨਾ, ਆਪਾਂ ਫੀਅਰ ਕਰਦੇ ਹਾਂ ਵੀ ਜੇ ਮੈਂ ਹਨਾ ਏਦਾਂ ਬੋਲਿਆ ਦੂਜਾ ਮੇਰੇ ਬਾਰੇ ਕੀ ਸੋਚੂਗਾ ਹਨਾ ਜੇ ਮੈਂ ਕੁਛ ਗਲਤ ਕਰਤਾ। ਤੇ ਰਿਐਲਿਟੀ ਇਹ ਆ ਵੀ ਹਨਾ ਕਿਸੇ ਬੰਦੇ ਕੋਲੇ ਤੁਸੀਂ ਆਪ ਸੋਚੋ ਵੀ ਹਨਾ ਕੋਈ ਬੰਦਾ, ਹੁਣ ਮੈਂ ਬੋਲ ਰਹੀ ਹਾਂ ਹਨਾ ਸਾਰੇ ਜਿਹੜੇ ਪਾਰਟੀਸਪੈਂਟ ਸੁਣ ਰਹੇ ਨੇ, ਤੇ ਇਹ ਹਨਾ ਕਿੰਨਾ ਟਾਈਮ ਮੈਨੂੰ ਯਾਦ ਰੱਖੂੰਗੇ। ਮੈਨੂੰ ਪਰਸਨਲੀ ਮੋਸਟਲੀ ਜਾਣਦੇ ਨਹੀਂ ਹੈਗੇ ਕਿ ਥੋੜੇ ਜਾਣੇ ਜਾਣਦੇ ਹੋਣਗੇ ਪਰਸਨਲੀ ਹਨਾ, ਤੇ ਕਿੰਨਾ ਕੁ ਟਾਈਮ ਯਾਦ ਰੱਖਣਗੇ ਜਿਹਨੂੰ ਕੋਈ ਗਲਤੀ ਕਰ ਵੀ ਦਿੱਤੀ ਹਨਾ, ਵੱਧ ਤੋਂ ਵੱਧ ਅੱਜ ਦਾ ਦਿਨ ਯਾਦ ਰਹਿ ਜਾਏਗਾ ਉਹਨਾਂ ਦੇ। ਤੇ ਕੋਈ ਵੀ ਨਾਲੇ ਇੰਨਾ ਵਿਹਲਾ ਨਹੀਂ ਹੈਗਾ ਵੀ ਹਨਾ ਵੀ ਉਹ ਇੱਕ ਜਾਣੇ ਦੀ ਗਲਤੀ ਬਾਰੇ ਸੋਚੀ ਜਾਵੇ। ਹਰੇਕ ਆਪਣੀਆਂ ਦੇ ਵਿੱਚ ਬਿਜ਼ੀ ਆ, ਆਪਣੀ ਲਾਈਫ ਦੇ ਵਿੱਚ ਬਿਜ਼ੀ ਆ। ਸੋ ਹਨਾ ਆਪਾਂ ਹਮੇਸ਼ਾ ਇਹ ਫੀਅਰ ਨਾ ਕਰੀਏ ਵੀ ਆਪਾਂ ਜੱਜ ਕੀਤਾ ਜਾ ਰਿਹਾ ਆਪਾਂ ਨੂੰ। ਸੋ ਇਹ ਚੀਜ਼ ਆਪਾਂ ਨੂੰ ਬਹੁਤ ਲਾਈਕ ਉਹ ਕਰਦੀ ਹੈ, ਡੀਮੋਟੀਵੇਟ ਕਰਦੀ ਹੈ ਵੀ ਆਪਾਂ ਜੇ ਗਲਤ ਕਰਤਾ ਦੂਜਾ ਕੀ ਸੋਚੂਗਾ। ਇਹ ਚੀਜ਼ ਕਦੇ ਨਾ ਸੋਚੋ ਤੇ ਆਪਣੇ ਆਪ ਸੈਲਫ ਕੌਨਫੀਡੈਂਸ ਬੂਸਟ ਹੋਊਗਾ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਕੀ ਫਤਿਹ। ਫਤਿਹ। ਨੈਕਸਟ ਜੀ ਸ਼ਿਵਰਜੀਤ ਕੌਰ ਜੀ, ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਕਦੇ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਦੀਦੀ ਜੀ ਦਾ, ਬਹੁਤ ਵਧੀਆ ਸੈਸ਼ਨ ਲਿਆ ਉਹਨਾਂ ਨੇ। ਤੇ ਉਹਦੇ ਨਾਲ ਮੈਂ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੁੰਦੀ ਹਾਂ। ਕਦੇ ਕਦੇ ਆਪਾਂ ਨੂੰ ਲੱਗਦਾ ਵਾ ਹਨਾ ਵੀ ਸਾਨੂੰ ਜੈਲਸ ਹੁੰਦੀ ਆ ਵੀ ਉਹ ਮੇਰੇ ਤੋਂ ਅੱਗੇ ਨਿਕਲ ਗਿਆ, ਉਹ ਮੇਰੇ ਤੋਂ ਅੱਗੇ ਨਿਕਲ ਗਿਆ। ਤੇ ਜਲਦਬਾਜ਼ੀ 'ਚ ਆਪਾਂ ਨਾ ਗਲਤ ਫੈਸਲਾ ਲੈ ਲੈਂਦੇ ਹਾਂ ਵੀ ਮੈਂ ਹੀ ਕਰਨਾ ਹੈ, ਤੇ ਆਪਾਂ ਕੋਈ ਤਿਆਰੀ ਨਹੀਂ ਕਰਦੇ, ਏਦਾਂ ਹੀ ਮਤਲਬ ਕਿ ਲੱਗ ਆਉਂਦੇ ਹਾਂ। ਪਰ ਏਦਾਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਹਨਾ। ਜਿਹੜੀ ਇਹ ਜੈਲਸ ਆ, ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਵਾਹਿਗੁਰੂ ਜੀ ਮੈਨੂੰ ਇਹ ਤੁਹਾਡੇ ਤੋਂ ਦੂਰ ਲੈ ਕੇ ਜਾਂਦੀ ਆ, ਵਾਹਿਗੁਰੂ ਜੀ ਮੇਰੀ ਹੈਲਪ ਕਰੋ ਵੀ ਮੈਂ ਤੁਹਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਮੈਂ ਤੁਹਾਡੇ ਨੇੜੇ ਰਹਿਣਾ ਚਾਹੁੰਦਾ ਹੈ, ਵੀ ਤੁਸੀਂ ਹੈਲਪ ਕਰੋ ਮੈਨੂੰ ਇਸ ਜੈਲਸ ਤੋਂ ਕੱਢੋ ਬਾਹਰ। ਤੇ ਅਰਦਾਸ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ। ਨੈਕਸਟ ਜੀ ਮਨਜੋਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੀ ਅਸੀਂ ਐਕਸਪ੍ਰੈਸ਼ਨ ਨੂੰ ਪੰਜਾਬੀ ਚ ਕੀ ਕਹਿ ਸਕਦੇ ਹਾਂ? ਐਕਸਪ੍ਰੈਸ਼ਨ ਹੁੰਦੇ ਆ, ਹੁਣ ਮਤਲਬ ਵੀ ਆਪਾਂ ਐਕਸਪ੍ਰੈਸ ਕਰਦੇ ਹਾਂ ਨਾ, ਪ੍ਰਗਟਾਵਾ, ਵੀ ਆਪਾਂ ਕਿਸੇ ਪ੍ਰਗਟਾਵਾ ਕਰਦੇ ਹਾਂ ਉਸ ਚੀਜ਼ ਦਾ। ਜੋ ਆਪਣੇ ਨਾਲ ਕੁਛ ਹੁੰਦਾ, ਆਪਾਂ ਫੀਲਿੰਗਸ ਕਿੱਦਾਂ ਦੀਆਂ ਹੁੰਦੀਆਂ, ਆਪਣੇ ਐਕਸਪ੍ਰੈਸ਼ਨ। ਜਦੋਂ ਆਪਾਂ ਨੂੰ ਕੋਈ ਗੁੱਡ ਨਿਊਜ਼ ਮਿਲਦੀ ਆਪਾਂ ਹੱਸਦੇ ਹਾਂ, ਜਦੋਂ ਕੋਈ ਆਪਾਂ ਨੂੰ ਦੁਖਦਾਈ ਖਬਰ ਮਿਲਦੀ ਆ ਆਪਾਂ ਉਦਾਸ ਹੋ ਜਾਂਦੇ ਹਾਂ। ਉਹ ਚੀਜ਼ਾਂ ਨੂੰ ਐਕਸਪ੍ਰੈਸ਼ਨ ਕਹਿੰਦੇ ਜਿਹੜੇ ਆਪਣੇ ਫੇਸ ਤੇ ਆਉਂਦੇ ਆ ਉਦੋਂ। ਇਹਨਾਂ ਨੂੰ ਪੰਜਾਬੀ ਵਿੱਚ ਅਸੀਂ ਨਾ ਹਾਵ ਭਾਵ ਕਹਿ ਸਕਦੇ ਹਾਂ। ਹਾਂਜੀ। ਨੈਕਸਟ ਜੀ ਮੁਸਕਾਨ ਕੌਰ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਇਹ ਕਹਿਣਾ ਚਾਹੁੰਦੀ ਕਿ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਬੋਲਣ ਦੀ ਹਿੰਮਤ ਕਰਨੀ ਚਾਹੀਦੀ ਹੈ ਤੇ ਡਰਨਾ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਜੀ ਅਮਨਦੀਪ ਸਿੰਘ ਜੀ, ਆਪਣੇ ਆਪ ਨਾਲ ਅਨਮਿਊਟ ਕਰੋ ਜੀ। ਫਤਿਹ ਜੀ। ਐਕਚੁਅਲੀ ਸਮਝ ਨਹੀਂ ਆਈ ਜੀ, ਰਿਪੀਟ ਕਰ ਦੋਗੇ? ਸੌਰੀ ਵੀਰ ਜੀ, ਆਪ ਜੀ ਦੀ ਆਵਾਜ਼ ਕਲੀਅਰ ਨਹੀਂ ਆ ਰਹੀ। आप ना चैट बॉक्स के विच लिख दो। ਹਾਂਜੀ, ਟਾਈਪ ਕਰਕੇ ਸੈਂਡ ਕਰ ਦਿਓ। नेक्स्ट जी EPP नंबर 15886। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਫਤਿਹ ਜੀ। ਆਪਣੇ ਵਿਚਾਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਵਿੱਚੋਂ ਕੀ ਗੁਣ ਲੈ ਸਕਦੇ ਹਾਂ, ਕੀ ਸਿੱਖਿਆਵਾਂ ਲੈ ਸਕਦੇ ਹਾਂ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਹਿੰਮਤ ਆਉਂਦੀ ਹੈ, ਹੌਸਲਾ ਹੁੰਦਾ ਹੈ। ਅਸੀਂ ਕਿਸੇ ਦਾ ਮਾੜਾ ਸੋਚਣਾ ਨਹੀਂ ਹੈ, ਕਿਸੇ ਦਾ ਮਾੜਾ ਕਰਨਾ ਨਹੀਂ ਹੈ, ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ ਹੈ। ਗੁਰਬਾਣੀ ਪੜ੍ਹਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਗੁਰਬਾਣੀ ਪੜ੍ਹਨ ਨਾਲ, ਸੰਗਤ ਕਰਨ ਨਾਲ ਕਾਮ, ਕ੍ਰੋਧ
ਅਹੰਕਾਰ, ਲੋਭ, ਮੋਹ ਤੋਂ ਅਸੀਂ ਦੂਰ ਹੋ ਜਾਂਦੇ ਹਾਂ। ਅਸੀਂ ਕਿਸੇ ਦਾ ਨਾ ਹੀ ਮਾੜਾ ਸੁਣਨਾ ਹੈ, ਨਾ ਹੀ ਮਾੜਾ ਦੇਖਣਾ ਹੈ ਤੇ ਨਾ ਹੀ ਇਸ ਹੱਥਾਂ ਨਾਲ ਕੋਈ ਮਾੜਾ ਕਰਮ ਕਰਨਾ ਹੈ। ਦੂਜਿਆਂ ਦਾ ਭਲਾ ਕਰਨ ਦਾ ਬਲ ਮਿਲਦਾ ਹੈ। ਅਸੀਂ ਦੂਜਿਆਂ ਦੀ ਮਦਦ ਕਰਨੀ ਹੈ। ਇਸ ਨਾਲ ਸਾਡੇ ਅੰਦਰ ਚੰਗੇ ਵਿਚਾਰ ਆਉਂਦੇ ਹਨ। ਸੇਵਾ ਕਰਨੀ ਚਾਹੀਦੀ ਹੈ। ਸੰਗਤ ਕਰਨ ਨਾਲ ਸਾਡੇ ਅੰਦਰ ਸੇਵਾ ਦੀ ਭਾਵਨਾ ਜਾਗਦੀ ਹੈ। ਕਿਸੇ ਨੂੰ ਗੁਰਬਾਣੀ ਨਾਲ ਜੋੜਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਕਿਸੇ ਨੂੰ ਗੁਰਬਾਣੀ ਨਾਲੋਂ ਤੋੜ ਦੇਣਾ ਜਾਂ ਉਸਨੂੰ ਗਲਤ ਕੰਮ ਕਰਨ ਦਾ ਕਹਿਣਾ ਉਸ ਤੋਂ ਵੱਡਾ ਕੋਈ ਪੁੰਨ ਪਾਪ ਨਹੀਂ ਹੈ। ਅਤੇ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਅਸੀਂ ਕਿਤੇ ਹੁੰਦੇ ਹਾਂ ਤਾਂ ਗੁਰੂ ਸਾਹਿਬ ਹਮੇਸ਼ਾ ਹੀ ਸਾਡੇ ਨਾਲ ਹੁੰਦੇ ਨੇ। ਗੁਰਬਾਣੀ ਦਾ ਫਰਮਾਨ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੁਰੂ ਦੀ ਸੱਚੀ ਬਾਣੀ ਸੁਣਨ ਨਾਲ ਸਾਡੇ ਦੁੱਖ ਰੋਗ ਸਭ ਦੂਰ ਹੋ ਜਾਂਦੇ ਹਨ ਅਤੇ ਚੰਗਾ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਆਪਣੇ ਵਿਚਾਰ ਦੱਸਣਾ ਚਾਹੁੰਦੀ ਸੀ ਤੇ ਮੈਮ ਨੇ ਜੋ ਦੱਸਿਆ ਜੀ ਬਹੁਤ ਵਧੀਆ ਦੱਸਿਆ ਸੀ। ਮੈਂ ਕੁਛ ਐਡ ਕਰਨਾ ਚਾਹੁੰਦੀ ਹਾਂ। ਜਿੱਦਾਂ ਕਿ ਮੈਮ ਨੇ ਦੱਸਿਆ ਸੀ, ਮੈਮ ਦੇਖੋ ਜਿੱਦਾਂ ਹੁਣ ਆਪਾਂ ਕਿਸੇ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਦੇ ਹਾਂ ਰਾਈਟ ਨਾਓ, ਤੇ ਦੈਨ ਮੈਮ ਜਦੋਂ ਆਪਾਂ ਪਾਰਟੀਸਪੇਟ ਕਰਦੇ ਹਾਂ ਆਪਾਂ ਨੂੰ ਇੰਨਾ ਨਹੀਂ ਪਤਾ ਕਿ ਆਪਾਂ ਨੇ ਜਿੱਤਣਾ ਹੈ ਕਿ ਹਾਰਨਾ ਹੈ, ਬਟ ਆਪਾਂ ਏਦਾਂ ਦੇਖ ਕੇ ਕਰਦੇ ਹਾਂ ਵੀ ਆਪਾਂ ਨੂੰ ਆਪਣੇ ਤੇ ਵਿਸ਼ਵਾਸ ਹੁੰਦਾ ਕਿ ਹਾਂ ਅਸੀਂ ਕਰ ਰਹੇ ਹਾਂ। ਤੇ ਮੈਮ ਆਪਾਂ ਨੇ ਕਦੇ ਵੀ ਜਿੱਦਾਂ ਹੁਣ ਮੈਨੂੰ ਕਈ ਬੱਚੇ ਸੁਣ ਰਹੇ ਹਨ ਤੇ ਕਦੇ ਵੀ ਆਪਾਂ ਨੇ ਇਹ ਨਹੀਂ ਸੋਚਣਾ ਕਿ ਆਪਾਂ ਜਿੱਤ ਰਹੇ ਹਾਂ ਹਾਰ ਰਹੇ ਹਾਂ। ਆਪਾਂ ਇਹ ਸੋਚਣਾ ਕਿ ਆਪਾਂ ਵਿੱਚ ਹਿੱਸਾ ਲਿਆ। ਸਭ ਤੋਂ ਵੱਡਾ ਮੇਨ ਮੋਟਿਵ ਆਪਣਾ ਇਹ ਹੈ ਕਿ ਆਪਾਂ ਵਿੱਚ ਪਾਰਟੀਸਪੇਟ ਕੀਤਾ ਹੈ। ਦੈਟਸ ਵਾਈ ਜਦੋਂ ਆਪਾਂ ਨੂੰ ਰਿਜੈਕਸ਼ਨ ਮਿਲਦਾ ਹੈ, ਨੋ ਸੁਣਨ ਨੂੰ ਮਿਲਦਾ, ਨੋ ਦਾ ਮਤਲਬ ਹੁੰਦਾ ਹੈ ਨਿਊ ਓਪਰਚੁਨਿਟੀ। ਦੈਟਸ ਵਾਈ ਨੋ ਦਾ ਮਤਲਬ ਤੁਸੀਂ ਇਹ ਸਮਝ ਕੇ ਚੱਲਣਾ ਹੈ ਕਿ ਮੈਨੂੰ ਅੱਗੇ ਇੱਕ ਹੋਰ ਮੌਕਾ ਮਿਲੇਗਾ। ਰਾਈਟ ਨਾਓ ਆਪਾਂ ਨੇ ਉਸਨੂੰ ਹੋਰ ਵਧੀਆ ਬਣਾਉਣਾ, ਨਾ ਕਿ ਨੋ ਨੂੰ ਆਪਾਂ ਰਿਜੈਕਸ਼ਨ ਸਮਝਣਾ ਹੈ। ਬਾਈ ਦਾ ਵੀ ਨੋ ਰਿਜੈਕਸ਼ਨ ਤਾਂ ਹੈ ਹੀ ਨਹੀਂ। ਨੋ ਦਾ ਮਤਲਬ ਹੀ ਬਹੁਤ ਵਧੀਆ ਹੈ, ਨਿਊ ਓਪਰਚੁਨਿਟੀ। ਆਪਾਂ ਨੂੰ ਅੱਗੇ ਤੋਂ ਨਿਊ ਓਪਰਚੁਨਿਟੀ ਮਿਲਦੀ ਹੈ। ਤੇ ਮੈਂ ਦੱਸੂਗੀ ਕਿ ਜਿੱਤਣਾ ਹਾਰਨਾ ਤਾਂ ਅਲੱਗ ਗੱਲ ਹੈ, ਤੇ ਪਹਿਲਾਂ ਜਦੋਂ ਪਾਰਟੀਸਪੇਟ ਕੀਤਾ ਇਹ ਵੱਡੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਬਹੁਤ ਵਧੀਆ। ਨੈਕਸਟ ਜੀ EPP ਨੰਬਰ 13499 ਮੋਗਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਵਾਹਿਗੁਰੂ, ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਜਿਸ ਤਰ੍ਹਾਂ ਦੀਦੀ ਨੇ ਗੱਲ ਕੀਤੀ ਸੀ ਐਕਸੈਪਟ, ਜੇ ਸਾਨੂੰ ਐਕਸੈਪਟੈਂਸ ਮੰਨਣਾ ਆ ਗਿਆ ਨਾ ਤਾਂ ਅਸੀਂ ਜਿਹੜਾ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਜੇ ਅਸੀਂ ਗਲਤੀ ਕਰਾਂਗੇ ਮੰਨਾਂਗੇ ਤਾਂ ਹੀ ਅੱਗੇ ਵਧਾਂਗੇ। ਤੇ ਆਤਮ ਵਿਸ਼ਵਾਸ ਸਾਡੇ 'ਚ ਗੁਰਬਾਣੀ ਪੜ੍ਹ ਕੇ ਬਹੁਤ ਜ਼ਿਆਦਾ ਆ ਸਕਦਾ ਹੈ, ਕਿਉਂਕਿ ਮੇਰੇ ਨਾਲ ਵੀ ਏਦਾਂ ਹੀ ਹੋਇਆ। ਮੈਂ ਗੁਰਬਾਣੀ ਪਹਿਲਾਂ ਪੜ੍ਹਦੀ ਨਹੀਂ ਸੀ। ਜਦ ਮੈਨੂੰ ਮੈਂ ਇਸ ਟਰਸਟ ਨਾਲ ਜੁੜੀ ਤੇ ਮੈਨੂੰ ਬੋਲਣਾ ਬਿਲਕੁਲ ਵੀ ਨਹੀਂ ਆਉਂਦਾ ਸੀਗਾ। ਤੇ ਜਦ ਇੱਥੇ ਆ ਕੇ ਲੈਕਚਰ ਸੁਣੇ ਕਿੱਦਾਂ ਬੋਲੀਦਾ ਏ ਤੇ ਮੈਨੂੰ ਜਮਾਂ ਹੀ ਨਹੀਂ ਡਰ ਲੱਗਦਾ ਬੋਲਣ ਤੋਂ। ਡਰ ਮੇਰਾ ਦੂਰ ਹੀ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਨੈਕਸਟ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪਹਿਲਾਂ ਤਾਂ ਮੈਂ ਸਿਸਟਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ। ਉਹਨਾਂ ਨੇ ਮੈਨੂੰ ਬਹੁਤ ਵਧੀਆ, ਮੈਨੂੰ ਜਿਹੜੇ ਉਹਨਾਂ ਦੇ ਵਿਊ ਬਹੁਤ ਵਧੀਆ ਲੱਗੇ। ਮੈਂ ਉਹਨਾਂ ਨੂੰ ਇੱਕ ਜਿਹੜੀ ਆਪਣੀ ਮੈਂ +1 ਕਲਾਸ ਦੇ ਵਿੱਚ ਪੜ੍ਹਦੀ ਹਾਂ। ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਹਾਂ। ਉਹਦੇ ਵਿੱਚ ਜਿਹੜੇ ਆ ਮਤਲਬ ਬਾਹਰੋਂ ਪ੍ਰਾਈਵੇਟ ਸਕੂਲ ਦੇ ਸਟੂਡੈਂਟਸ ਆਏ ਨੇ ਤੇ ਉਹ ਆਪਣੀ ਪਰਫੋਰਮੈਂਸ ਇੰਨੀ ਵਧੀਆ ਦਿੰਦੇ ਨੇ ਕਿ ਮੈਨੂੰ ਮਤਲਬ ਆਪਣਾ ਜਿਹੜਾ ਮੈਂ ਆਪਣਾ ਰਿਜ਼ਲਟ ਜਿਹੜਾ ਉਹ ਇੰਨਾ ਵਧੀਆ ਨਹੀਂ ਦੇਖ ਪਾਉਂਦੀ। ਵੀ ਮੈਨੂੰ ਇਹ ਲੱਗਦਾ ਵੀ ਉਹਨਾਂ ਸਾਹਮਣੇ ਮੈਂ ਹੈ ਨਾ ਮਤਲਬ ਕਿੱਦਾਂ ਮੈਂ ਆਪਣਾ ਕਰਾਂ, ਮੈਂ ਪਰਫੋਰਮੈਂਸ ਕਿੱਦਾਂ ਦੇਵਾਂ। ਵੀ ਸਾਨੂੰ ਹੁਣ ਬਹੁਤ ਸਮਰ ਕੈਂਪ ਦੇ ਵਿੱਚ ਐਕਟੀਵਿਟੀਜ਼ ਕੀਤੀਆਂ ਨੇ, ਮਾਡਲ ਵਗੈਰਾ ਜਾਂ ਸਕ੍ਰੈਪ ਬੁੱਕ ਵਗੈਰਾ, ਵੀ ਟੀਚਰਸ ਨੇ ਉਹਨਾਂ ਨੂੰ ਪਹਿਲ ਦਿੱਤੀ। ਵੀ ਮਤਲਬ ਸਾਨੂੰ ਪਹਿਲ ਨਹੀਂ ਦਿੱਤੀ ਕੋਈ, ਜਿਹੜੇ ਅਸੀਂ ਪਹਿਲਾਂ ਤੋਂ ਉਹਨਾਂ ਨਾਲ ਜੁੜੇ ਸੀਗੇ ਟੀਚਰਸ ਨਾਲ। ਤਾਂ ਸਾਨੂੰ ਐਂ ਲੱਗਦਾ ਵੀ ਹੁਣ ਅਸੀਂ ਉਹਨਾਂ ਸਾਹਮਣੇ ਸਾਡਾ ਰਿਜ਼ਲਟ ਲੋ ਆ, ਅਸੀਂ ਆਪਣਾ ਕੌਨਫੀਡੈਂਸ ਕਿੱਦਾਂ ਗੇਨ ਕਰ ਸਕਦੇ ਹਾਂ। ਹਾਊ ਕੈਨ ਆਈ ਗੇਨ ਅਵਰ ਕੌਨਫੀਡੈਂਸ। ਮਤਲਬ ਬਹੁਤ ਫੀਅਰ ਆ, ਸਾਡੇ ਡਰ ਆ ਵੀ ਸਾਡਾ ਰਿਜ਼ਲਟ ਵੀ ਲੋ ਹੋਊਗਾ, ਵੀ ਟੀਚਰ ਵੀ ਨਹੀਂ ਸਾਡਾ ਸਾਥ ਦੇ ਰਹੇ, ਤਾਂ ਸਾਨੂੰ ਮਤਲਬ ਮਾੜਾ ਮੋਟਾ ਵੀ ਕਿੱਦਾਂ ਅਸੀਂ ਕਰੀਏ। ਮੈਨੂੰ ਇਹ ਤੁਹਾਨੂੰ ਕਰਨਾ ਸੀਗਾ ਸ਼ੇਅਰ ਤੁਹਾਡੇ ਨਾਲ। ਹਾਂਜੀ, ਐਕਚੁਅਲੀ ਤੁਸੀਂ ਕਹਿ ਰਹੇ ਹੋ ਨਾ ਕਿ ਤੁਸੀਂ ਗਵਰਨਮੈਂਟ ਸਕੂਲ ਦੇ ਵਿੱਚੋਂ। ਮੈਂ ਵੀ 9th 'ਚ ਗਈ ਸੀ ਪ੍ਰਾਈਵੇਟ ਸਕੂਲ ਦੇ ਵਿੱਚ। ਉੱਥੇ ਮੇਰੇ ਮੰਮਾ ਨੇ ਨਾ ਸਾਰੇ ਸਬਜੈਕਟ ਇੰਗਲਿਸ਼ ਰਖਵਾਤੇ ਸੀਗੇ।
SST ਵੀ ਫਿਜ਼ੀਕਲ ਦੀ, ਤੇ ਮੈਨੂੰ 8th ਤੱਕ ਮਤਲਬ ਮੈਨੂੰ ਲਿਟਲ ਬਿਟ ਇੰਗਲਿਸ਼ ਆਉਂਦੀ ਸੀ, ਬਟ ਮੈਨੂੰ ਮੀਨਿੰਗ ਨਹੀਂ ਸੀ ਪਤਾ ਹੁੰਦੇ। ਜਦੋਂ ਮੈਂ ਕਲਾਸਰੂਮ 'ਚ ਬੈਠੀ, ਟੀਚਰ ਆਏ ਹਨਾ, ਉਹਨਾਂ ਨੇ ਇੰਗਲਿਸ਼ 'ਚ ਪੂਰਾ ਐਕਸਪਲੇਨ ਕੀਤਾ, ਮੈਂ ਕਿਹਾ ਵੀ ਮੇਰਾ ਹੁਣ ਕੀ ਬਣੂਗਾ ਹਨਾ, ਵੀ ਮੈਨੂੰ ਕੁਛ ਸਮਝ ਨਹੀਂ ਆਉਂਦਾ, ਇਹ ਤਾਂ ਐਕਸਪਲੇਨ ਵੀ ਇੰਗਲਿਸ਼ 'ਚ ਕਰਦੇ ਨੇ, ਮੇਰੇ ਤਾਂ ਕੋਈ ਫਾਇਦਾ ਹੀ ਨਹੀਂ ਗਾ ਇੱਥੇ। ਡਿਸਕਰੇਜ ਵੀ ਹੋਈ ਮੈਂ, ਬਟ ਜਦੋਂ ਮੰਮੀ ਨੇ ਕਹਿਤਾ ਵੀ ਸਬਜੈਕਟ ਵੀ ਪੰਜਾਬੀ 'ਚ ਹੋਣੇ, ਹੁਣ ਤਾਂ ਇੰਗਲਿਸ਼ 'ਚ ਹੀ ਹੋਣਗੇ, ਦੈਨ ਆਪਣੇ ਕੋਲ ਇੱਕੋ ਹੀ ਰਸਤਾ ਰਹਿ ਜਾਂਦਾ ਹਾਰਡ ਵਰਕ ਦਾ। ਤੁਸੀਂ ਐ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਜੇ ਪ੍ਰੂਫ ਕਰਨਾ ਨਾ, ਹਾਰਡ ਵਰਕ ਕਰੋ। ਹੁਣ ਤੁਸੀਂ ਜੇ ਮੈਨੂੰ ਫਸਟ ਟਾਈਮ ਜਦੋਂ ਮੈਂ ਸਪੀਚ ਬੋਲੀ ਸੀ, ਆਈ ਥਿੰਕ ਮਦਰਸ ਡੇ ਤੇ ਬੋਲੀ ਸੀ, ਜਿਹੜੇ ਮੇਰੇ ਮਤਲਬ ਅਸੀਂ 2 ਗਰਲਸ ਸਿਲੈਕਟ ਹੋਈਆਂ ਸੀ, ਜਿਹੜੇ ਮੇਰੇ ਟੀਚਰ ਸੀ, ਉਹਨਾਂ ਨੇ ਵੀ ਕਿਹਾ ਸੀਗਾ ਕਿ ਬੋਲੇਗੀ, ਮੈਨੂੰ ਪਹਿਲਾਂ ਪੁੱਛਿਆ ਉਹਨਾਂ ਨੇ, ਕਹਿੰਦੇ ਬੋਲੇਗੀ ਤੂੰ, ਮਤਲਬ ਉਦੋਂ ਮੈਂ ਥੋੜਾ ਜਿਹਾ ਡਿਸਕਰੇਜ ਹੋਈ ਹੈ ਨਾ। ਫਿਰ ਮੈਂ ਪਹਿਲਾਂ ਪੇਪਰ ਤੇ ਲਿਖੀ ਸੀਗੀ, ਮੈਂ ਪੇਪਰ ਵੀ ਮੈਂ ਕਿਹਾ ਵੀ ਮੈਂ ਹੁਣ ਦੇਖ ਕੇ ਨਹੀਂ ਬੋਲਦੀ, ਮਤਲਬ ਜੋ ਕੁਝ ਵੀ ਮੇਰੇ ਮਾਈਂਡ 'ਚ ਆ, ਮੇਰੀ ਮੰਮੀ ਲਈ ਹਨਾ, ਮੇਰੇ ਮੰਮਾ ਜੀ ਲਈ, ਜੋ ਕੁਝ ਵੀ ਮਦਰ ਲਈ ਮੇਰੀ ਫੀਲਿੰਗਸ ਨੇ, ਜਦ ਮੈਂ ਸੋਚਦੀ ਹਾਂ, ਮੈਂ ਜਸਟ ਉਹ ਬੋਲ ਕੇ ਆ ਗਈ ਉੱਥੇ, ਉਦੋਂ ਮੇਰੀ 2nd ਪੋਜੀਸ਼ਨ ਆਈ ਸੀ। ਸੋ ਜਦੋਂ ਤੁਹਾਨੂੰ ਕੋਈ ਚੈਲੰਜ ਕਰਦਾ, ਉਦੋਂ ਐਕਸੈਪਟ ਕਰ ਲਿਓ। ਵੀਰਪਾਲ ਕੌਰ ਜੀ ਇੱਥੇ ਹੀ ਹੋ ਜੀ, ਆਪਣੀ ਮਾਈਕ ਨੂੰ ਅਨਮਿਊਟ ਕਰਿਓ। ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਹੈਗੇ ਹੋ? ਜੀ, ਬਰਨਾਲਾ ਸਾਈਡ, ਸੇਖਾ ਰੋਡ, ਰੰਗੀਆਂ ਵਾਲੀ ਕੋਠੀ। ਅੱਛਾ, ਬਰਨਾਲਾ ਤੋਂ ਹੈਗੇ। ਤੁਹਾਡਾ EPP ਨੰਬਰ ਵੀ ਹੈਗਾ ਜੀ? ਨਹੀਂ ਜੀ। ਅੱਛਾ, EPP ਨੰਬਰ ਨਹੀਂ ਹੈ। ਹਾਂਜੀ ਚਲੋ ਇੱਕ ਨੰਬਰ ਦਵਾਂਗੇ, ਉਹਦੇ ਤੇ ਆਪਣਾ ਨੰਬਰ ਤੁਸੀਂ ਦੇ ਦੇਣਾ, ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਦੇਖੋ ਤੁਹਾਡੇ ਕੋਲ ਬੜਾ ਵਧੀਆ ਪ੍ਰੈਕਟਿਸ ਹੈ ਹਨਾ, ਤੁਸੀਂ ਹੁਣ ਦੇਖੋ ਅੱਜ ਤੁਸੀਂ ਬੋਲੇ ਹੋ ਹਨਾ, ਤੁਸੀਂ ਨਾਲ ਲਓ, ਜੇ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਕੀ ਤੁਹਾਨੂੰ ਨਾਲ ਤੁਹਾਡੀ ਸਪੋਰਟ ਦੇ ਲਈ ਹਨਾ, ਜਦੋਂ ਤੁਸੀਂ ਏਦਾਂ ਬੋਲਣਾ ਸ਼ੁਰੂ ਕਰੋਗੇ, ਲਿਖਣਾ ਸ਼ੁਰੂ ਕਰੋਗੇ, ਜ਼ਰੂਰ ਤੁਹਾਨੂੰ ਕੰਫੀਡੈਂਸ ਆਏਗਾ। ਸੋ ਹਾਂਜੀ ਰਮਨਜੋਤ ਜੀ, ਕੈਂਪ ਦੀ ਸਮਾਪਤੀ ਕੀਤੀ ਜਾਵੇ ਜੀ। ਹਾਂਜੀ, ਸੋ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਹੀ ਕੈਂਪ ਦੀ ਸਮਾਪਤੀ ਹੁੰਦੀ ਹੈ ਜੀ। ਆਪਣੀ ਅਟੈਂਡੈਂਸ ਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। विद्या विचारी ता पर उपकारी।